ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹੈ 1 ਮਾਰਚ 2022 ਤੇ ਅਸੀਂ ਸਾਰਾ ਪਰਿਵਾਰ ਜਾ ਰਹੇ ਹਾਂ ਫੈਮਿਲੀ ਟ੍ਰਿਪ ਤੇ, ਜੋ ਕਿ ਹਰਿਆਣਾ, ਪੰਜਾਬ ਤੇ ਰਾਜਸਥਾਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਸੀਂ ਵਿਜ਼ਿਟ ਕਰਾਂਗੇ। ਤੇ ਆਓ ਸਟਾਰਟ ਕਰਦੇ ਹਾਂ ਸਾਡੀ ਜਰਨੀ। ਸੋ ਅੱਜ ਹੈ ਸਾਡੀ ਜਰਨੀ ਦਾ ਪਹਿਲਾ ਦਿਨ ਤੇ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਫਤਿਆਬਾਦ, ਜੋ ਕਿ ਹਰਿਆਣਾ ਦੇ ਵਿੱਚ ਮੌਜੂਦ ਹੈ। ਉੱਥੇ ਸਾਡੀ ਭੈਣ, ਸਾਰਾ ਪਰਿਵਾਰ ਸਾਡੀ ਵੇਟ ਕਰ ਰਹੇ ਨੇ। ਅਸੀਂ ਵੀ ਬਹੁਤ ਐਕਸਾਈਟਿਡ ਹਾਂ ਉਹਨਾਂ ਨੂੰ ਮਿਲਣ ਦੇ ਲਈ। ਤਾਂ ਚਲੋ ਪਹੁੰਚਦੇ ਹਾਂ ਉਹਨਾਂ ਕੋਲ ਹਰਿਆਣਾ ਦੇ ਵਿੱਚ। ਸੋ ਟੋਲ ਨਾਕੇ ਤੋਂ ਫ੍ਰੀ ਹੁੰਦਿਆਂ ਸਾਰ 100 ਕਿਲੋਮੀਟਰ ਦਾ ਸਫ਼ਰ ਤਕਰੀਬਨ ਅਸੀਂ ਤੈਅ ਕਰ ਲਿਆ ਹੈ। ਹੁਣ ਅਸੀਂ ਖਾਵਾਂਗੇ ਹਲਕਾ ਫੁਲਕਾ ਖਾਣਾ ਤੇ ਉਸ ਤੋਂ ਬਾਅਦ ਕਰਾਂਗੇ ਕੁਛ ਫਨ ਤੇ ਨਿਕਲਾਂਗੇ ਅਗਲੇ ਸਫ਼ਰ ਲਈ। ਸੋ ਲਓ ਜੀ, ਗਰਮਾ ਗਰਮ ਪਨੀਰ ਦੇ ਨਾਲ ਫੁਲਕੇ ਤੇ ਨਾਲ ਢਾਬੇ ਦੀ ਸਪੈਸ਼ਲ ਲਾਚੀਆਂ ਵਾਲੀ ਚਾਹ, ਤੇ ਇਹ ਅਸੀਂ ਹੁਣ ਸਾਰੇ ਪੀਵਾਂਗੇ ਤੇ ਨਾਲ ਖਾਵਾਂਗੇ ਪ੍ਰਸ਼ਾਦੇ। ਤੇ ਖਾਇਆ ਜਾ ਰਿਹਾ ਹੈ ਸਵਾਦ ਖਾਣਾ। ਸੋ ਲਓ ਜੀ, ਸਾਰੇ ਖਾਣਾ ਖਾ ਰਹੇ ਹੈ ਤੇ ਇੱਧਰ ਵੀ ਖਲੋਤੀ ਹੈ ਸਾਡੀ ਪਿਆਰੀ ਟਿੰਨੀ। ਹਾਂਜੀ, ਕਿੱਥੇ ਜਾ ਰਹੇ ਹੋ ਤੁਸੀਂ? ਬਹੁਤ ਦੂਰ ਜਾ ਰਹੇ ਹਾਂ। ਕਿੰਨੀ ਕੁ ਦੂਰ ਜਾ ਰਹੇ ਹੋ? ਤਖਤ ਸ੍ਰੀ ਦਮਦਮਾ ਸਾਹਿਬ। ਗੱਡੀ ਦੇ ਵਿੱਚ ਸਾਰੇ ਛੇਤੀ ਬੈਠ ਰਹੇ ਨੇ ਤੇ ਜਲਦੀ ਚਾਲੇ ਪਾਉਣੇ ਹੁਣ ਇੱਥੋਂ ਤੇ ਨਿਕਲਦੇ ਆਂ ਅਗਲੇ ਪੜਾਅ ਲਈ। ਸੋ ਖਾਣਾ ਖਾ ਕੇ ਹੁਣ ਅਸੀਂ ਚੱਲ ਪਏ ਹਾਂ ਹਰਿਆਣਾ ਵੱਲ। ਲਓ ਜੀ, ਢਾਬੇ ਤੇ ਰੁਕੇ ਸੀ ਤੇ ਲੰਗਰ ਪ੍ਰਸ਼ਾਦਾ ਛਕਿਆ ਗਰਮਾ ਗਰਮ ਤੇ ਨਾਲ ਪੀਤੀ ਲਾਚੀਆਂ ਵਾਲੀ ਚਾਹ। ਤੇ ਹੁਣ ਅਸੀਂ ਪਹੁੰਚ ਗਏ ਹਾਂ ਬਠਿੰਡਾ ਸ਼ਹਿਰ ਦੇ ਵਿੱਚ। ਕਿਆ ਬਾ ਕਮਾਲ ਥਰਮਲ ਪਲਾਂਟ ਨੇ ਇੱਥੋਂ ਦੇ, ਜੋ ਕਿ ਇੱਥੋਂ ਦੀ ਸ਼ਾਨ ਨੇ। ਤੇ ਹੁਣ ਬੜੀ ਜਲਦੀ ਹੀ ਅਸੀਂ ਪਹੁੰਚਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ। ਲੋ ਹੁਣ ਅਸੀਂ ਪਹੁੰਚ ਗਏ ਹਾਂ ਸਾਬੋ ਕੀ ਤਲਵੰਡੀ। ਸੋ ਬੜੇ ਲੰਮੇ ਸਮੇਂ ਤੋਂ ਬਾਅਦ ਆਏ ਹਾਂ। ਆਓ ਜੀ ਦਰਸ਼ਨ ਦੀਦਾਰੇ ਕਰਦੇ ਹਾਂ ਇਸ ਪਵਿੱਤਰ ਅਸਥਾਨ ਦੇ।
ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਇਹ ਜੋ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਹਾਂ। ਅੱਜ ਮਹਾਨ ਸ਼ਖਸੀਅਤ ਪ੍ਰਿੰਸੀਪਲ ਹਰਵਿੰਦਰ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਗੁਰੂ ਕਾਸ਼ੀ ਇੰਸਟੀਚਿਊਟ ਦੇ ਵਿੱਚ ਪ੍ਰਿੰਸੀਪਲ ਸਾਹਿਬ ਨੇ, ਪਰਿਵਾਰ ਸਮੇਤ ਇੱਥੇ ਜਿੱਥੇ ਦਮਦਮਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਨੇ, ਭਾਈ ਸਾਹਿਬ ਜੀ ਨਾਲ ਵੀ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਆਨੰਦ ਮੰਗਲ ਮਾਹੌਲ ਬਣਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਇਹ ਸਾਡੀ ਅਰਦਾਸ ਬੇਨਤੀ ਹੈ। ਸੋ ਆਓ ਅੱਗੇ ਚੱਲੇ ਪਾਉਂਦੇ ਹਾਂ। ਸੋ ਲਓ ਜੀ, ਲੰਮੇ ਸਫ਼ਰ ਤੋਂ ਬਾਅਦ ਅਸੀਂ ਪਹੁੰਚ ਗਏ ਹਿਜਰਾਵਾਂ ਵਿੱਚ, ਯਾਨੀ ਕਿ ਹਰਿਆਣਾ ਦੇ ਵਿੱਚ ਆਪਣੀ ਭੈਣ ਦੇ ਘਰ। ਸਾਰਾ ਹੀ ਪਰਿਵਾਰ ਆਓ ਹੁਣ ਬੈਠ ਕੇ ਪੀਨੇ ਆ ਗਰਮਾ ਗਰਮ ਚਾਹ ਤੇ ਨਾਲ ਖਾਣੇ ਆ ਰਸਗੁੱਲੇ ਤੇ ਗੁਲਾਬ ਜਾਮੁਨ। ਅਰੇ ਵਾਹ, ਗੱਡੀ ਤਾਂ ਜਸ਼ਨਦੀਪ ਨੇ ਬਹੁਤ ਸੋਹਣੀ ਚਮਕਾ ਦਿੱਤੀ ਹੈ ਤੇ ਇਹ ਵੀ ਤਿਆਰ ਹੋ ਗਏ ਨੇ ਨਾਲ ਜਾਣ ਲਈ ਰਾਜਸਥਾਨ ਟ੍ਰਿਪ ਤੇ ਲਿਸ਼ਕਾਂ ਮਾਰਦੀ ਹੋਈ ਗੱਡੀ ਨੂੰ ਦੇਖਣ ਲਈ ਦਰਸ਼ਕ ਦੂਰੋਂ ਤੋਂ ਆ ਰਹੇ ਨੇ। ਮਾਸਟਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਸਟਰ ਜੀ, ਅੱਜ ਸਾਰਾ ਪਰਿਵਾਰ ਅੰਮ੍ਰਿਤਸਰ ਤੋਂ ਚੱਲ ਕੇ ਇੱਥੇ ਹਰਿਆਣੇ ਆਇਆ ਆਪਣੇ ਘਰ ਦੇ ਵਿੱਚ, ਕਿਹੋ ਜਿਹਾ ਲੱਗ ਰਿਹਾ ਅੱਜ? ਬਹੁਤ ਵਧੀਆ ਲੱਗ ਰਿਹਾ ਹੈ। ਚਲੋ, ਗੁਰੂ ਸਾਹਿਬ ਜੀ ਦੀ ਕਿਰਪਾ, ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਤੋਂ ਆਏ ਆ ਸਾਰੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ। ਤੇ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਉੱਥੇ ਗਿਆ ਨੂੰ? ਮੈਨੂੰ ਗਏ ਨੂੰ 4 ਸਾਲ ਹੋ ਗਏ ਹੋਣੇ। 4 ਸਾਲ ਹੋ ਗਏ ਆ। ਤੇ ਮਨ ਕਰਦਾ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦਰ ਤੇ ਜਾਣ ਨੂੰ? ਦਰਬਾਰ ਸਾਹਿਬ ਨੂੰ ਜਾਣ ਨੂੰ ਮਨ ਤਾਂ ਕਰਦਾ। ਰਾਤ ਪੈ ਗਈ ਹੈ ਤੇ ਭੁੱਖ ਲੱਗਣੀ ਸ਼ੁਰੂ ਹੋ ਗਈ ਹੈ ਤੇ ਆਓ ਹੌਲੀ ਜਾ ਕੇ ਕਿਚਨ 'ਚ ਦੇਖੀਏ ਕਿ ਭੈਣ ਸਾਡੀ ਕੀ ਤਿਆਰ ਕਰ ਰਹੀ ਹੈ। ਦੱਸੋ ਜੀ। सब्जी बन रही है, खीर बन रही है, फुलके बन रहे हैं। ਵਾਹ ਜੀ ਵਾਹ, ਹੁਣ ਛਕਦੇ ਆ ਭੂਆ ਜੀ ਦੇ ਹੱਥ ਦੇ ਸਵਾਦ ਪ੍ਰਸ਼ਾਦੇ। ਸੋ ਲਓ ਜੀ, ਖਾਣੇ ਦੀ ਤਿਆਰੀ ਹੋ ਚੁੱਕੀ ਹੈ। ਸ਼ਾਮ ਦਾ ਡਿਨਰ ਵਿਦ ਫੈਮਿਲੀ ਇਨ ਹਰਿਆਣਾ ਵਿਦ ਜਸ਼ਨਦੀਪ ਐਂਡ ਸਾਡੇ ਸਤਿਕਾਰਯੋਗ ਭਾਜੀ ਇੰਦਰਜੀਤ ਸਿੰਘ ਜੀ, ਸਤਿਕਾਰਯੋਗ, ਤੇ ਆ ਨਟਖਟ ਨੱਟੂ। ਲਓ ਜੀ, ਇਹ ਹੈ ਹਿਜਰਾਵਾਂ ਜੋ ਕਿ ਹਰਿਆਣਾ ਦੇ ਵਿੱਚ ਮੌਜੂਦ ਹੈ ਤੇ ਸਜਰੀ ਸਵੇਰ ਤੁਹਾਨੂੰ ਨਜ਼ਰ ਆ ਰਹੀ ਹੈ। ਸੂਰਜ ਦੀਆਂ ਕਿਰਨਾਂ ਨਿਕਲ ਚੁੱਕੀਆਂ ਨੇ ਤੇ ਕਿੰਨਾ ਸੋਹਣਾ ਪੁਰਾਣੇ ਅੰਦਾਜ਼ ਵਾਲਾ ਪਿੰਡ ਸਾਨੂੰ ਨਜ਼ਰ ਆ ਰਿਹਾ। ਸੋ ਲਓ ਜੀ, ਹੌਲੀ ਸਾਰੇ ਗੱਡੀਆਂ ਦੇ ਕੋਲ ਪਹੁੰਚ ਰਹੇ ਨੇ ਤੇ ਤਿਆਰੀਆਂ ਹੋ ਰਹੀਆਂ ਨੇ ਅੱਗੇ ਰਾਜਸਥਾਨ ਵੱਲ ਜਾਣ ਦੀਆਂ। ਸੋ ਹੁਣ ਚਾਲੇ ਪਾਉਨੇ ਆ ਰਾਜਸਥਾਨ ਟੂਰ ਲਈ। ਚਲੋ ਜੀ, ਸਾਰਾ ਪਰਿਵਾਰ ਤਿਆਰ ਹੋ ਚੁੱਕਿਆ ਤੇ ਹੁਣ ਜਾਵਾਂਗੇ ਅਗਲੇ ਪੜਾਅ ਤੇ। ਹੁਣ ਅਸੀਂ ਜਾ ਰਹੇ ਹਾਂ ਸਰਸਾ ਤੋਂ ਡੱਬਵਾਲੀ ਰੋਡ ਤੇ ਰੇਸਾਂ ਲੱਗ ਰਹੀਆਂ ਨੇ ਕਾਰਾਂ ਦੀਆਂ, ਇੱਕ ਦੂਜੇ ਤੋਂ ਅੱਗੇ ਨਿਕਲ ਰਹੀਆਂ ਨੇ ਤੇ ਥੋੜੀ ਦੇਰ ਬਾਅਦ ਅਸੀਂ ਪਹੁੰਚਾਂਗੇ ਡੱਬਵਾਲੀ ਤੇ ਉਸ ਤੋਂ ਬਾਅਦ ਕਰਾਂਗੇ ਕੁਝ ਫਨ
ਉਹ ਆ ਕੀ ਬਾਦਲ ਇੱਥੇ ਵੀ ਤੁਰਿਆ ਫਿਰਦਾ, ਲੈ ਦੱਸ। ਤੇ ਲਓ ਜੀ, ਮੈਨੂੰ ਲੱਗਦਾ ਹੁਣ ਗੱਡੀ ਦੀ ਵੀ ਪੇਟ ਪੂਜਾ ਦਾ ਟਾਈਮ ਹੋ ਚੁੱਕਿਆ ਹੈ ਤੇ ਹੁਣ ਇੱਥੋਂ ਗੱਡੀ ਦੀ ਟੈਂਕੀ ਕਰਾਉਣੇ ਫੁੱਲ, ਯਾਨੀ ਪਵਾਉਣੇ ਡੀਜ਼ਲ। ਉਹ ਬਈ ਇਹ ਕਿਹੋ ਜਿਹਾ ਨਾਮ ਹੈ, ਚੋਰ ਮਾਰ ਖੇੜਾ, ਅਜੀਬ ਜਿਹਾ ਨਾਮ ਹੈ ਬਈ। ਇੱਕ ਗੱਲ ਤਾਂ ਕਹਿਣੀ ਪਊਗੀ ਕਿ ਹਰਿਆਣਾ ਦੀਆਂ ਸੜਕਾਂ ਜੋ ਹੈ ਬਹੁਤ ਹੀ ਸ਼ਾਨਦਾਰ ਨੇ ਬਈ, ਇਹ ਤਾਂ ਕਹਿਣਾ ਹੀ ਪਊਗਾ ਵਾਕਈ। ਲਓ ਜੀ, ਸਵੇਰ ਦੇ ਹਿਜਰਾਵਾਂ ਤੋਂ ਚੱਲੇ ਹੋਏ ਆ, ਯਾਨੀ ਕਿ ਹਰਿਆਣੇ ਤੋਂ, ਤੇ ਗੱਡੀਆਂ ਤੇਜ਼ਮ ਤੇਜ਼ ਭੱਜ ਰਹੀਆਂ ਨੇ। ਰੋਡ ਵੀ ਇੱਥੋਂ ਦੇ ਕਮਾਲ ਦੇ ਹੀ ਨੇ ਤੇ ਥੋੜੀ ਦੇਰ ਬਾਅਦ ਹੀ ਮੈਨੂੰ ਲੱਗਦਾ ਅਸੀਂ ਪਹੁੰਚਾਂਗੇ ਡੱਬਵਾਲੀ। ਤੇ ਡੱਬਵਾਲੀ ਸ਼ਹਿਰ ਦੀ ਇੱਕ ਖੂਬੀ ਹੈ, ਕਿਉਂਕਿ ਇਹ ਅੱਧਾ ਹਰਿਆਣੇ ਦੇ ਵਿੱਚ ਹੈ ਤੇ ਅੱਧਾ ਹੈ ਪੰਜਾਬ ਦੇ ਵਿੱਚ। ਹੈ ਨਾ ਕਮਾਲ ਦੀ ਗੱਲ। ਰੋਡ ਤਾਂ ਮੈਨੂੰ ਇੱਥੇ ਵੀ ਕਾਫੀ ਖਾਲੀ ਨਜ਼ਰ ਆ ਰਿਹਾ। ਲਓ ਜੀ, ਥੋੜੀ ਜਿਹੀ ਇਹਦੀ ਸਪੀਡ ਚੈੱਕ ਕਰ ਲਈਏ ਗੱਡੀ ਦੀ। ਵੈਸੇ ਜਿਹੜੀਆਂ ਗਾਵਾਂ ਨੇ ਨਾ, ਇਹ ਹਰ ਰਸਤਿਆਂ 'ਚ ਮਿਲ ਹੀ ਜਾਂਦੀਆਂ ਨੇ ਤੇ ਹਮੇਸ਼ਾ ਡਿਸਟਰਬਿੰਗ ਕਰਦੀਆਂ ਨੇ। ਤੇ ਲਓ ਜੀ, ਸਰੋਂ ਦੇ ਖੇਤ ਆ ਗਏ ਨੇ ਤੇ ਥੋੜਾ ਚਿਰ ਤੇ ਇੱਥੇ ਰੁਕਣਾ ਬਣਦਾ ਹੀ ਹੈ ਨਾ। ਸੋ ਅਸੀਂ ਇਸ ਟਾਈਮ ਜਾ ਰਹੇ ਸੀ ਡੱਬਵਾਲੀ ਤੋਂ ਸਾਦਲ ਸ਼ਹਿਰ ਭੂਆ ਜੀ ਕੋਲ, ਤੇ ਰਸਤੇ ਦੇ ਵਿੱਚ ਇੱਕ ਸਟੋਪ ਲਿਆ ਆਪਾਂ ਛੋਟਾ ਜਿਹਾ, ਜਿਹਦੇ ਵਿੱਚ ਜੀਜਾ ਜੀ, ਡੈਡੀ ਜੀ, ਰਮਣੀ, ਟਿੰਨੀ, ਪ੍ਰੀਤੀ ਤੇ ਪੰਮੇ ਭੈਣ ਤੇ ਮੰਮੀ, ਔਰ ਨਟਖਟ ਨੱਟੂ ਤੇ ਜਸ਼ਨ। ਸਾਨੂੰ ਦਿੱਤੀਆਂ ਗਈਆਂ ਮਿੱਠੀਆਂ ਗੋਲੀਆਂ। ਵਾਹ, ਖੇਤਾਂ ਦੀ ਹਰਿਆਲੀ ਵੇਖ ਕੇ ਤਾਂ ਸਾਰਿਆਂ ਦੇ ਚਿਹਰੇ ਸਰੋਂ ਦੇ ਫੁੱਲਾਂ ਵਾਂਗ ਖਿੜ ਉੱਠੇ ਨੇ। ਲੋ ਸਰੋਂ ਦੇ ਖੇਤਾਂ 'ਚ ਆਏ ਆ ਤੇ ਸਾਡਾ ਵੀ ਇੱਕ ਕੈਪਚਰ ਤਾਂ ਬਣਦਾ ਹੀ ਹੈ ਨਾ। ਇੰਜੋਇਮੈਂਟ ਤਾਂ ਕਾਫੀ ਹੋ ਗਈ ਇੱਥੇ, ਪਰ ਉਹ ਡੈਡੀ ਦੇਖੋ ਕਿਸ ਤਰ੍ਹਾਂ ਸੋਹਣੇ ਤਰੀਕੇ ਨਾਲ ਮੰਮੀ ਜੀ ਨੂੰ ਰਿਸੀਵ ਕਰ ਰਹੇ ਨੇ ਅੱਗੋਂ। ਆ ਰਾਜਸਥਾਨ ਦੇ ਕੰਡੇ ਤਾਂ ਬੜੇ ਤਿੱਖੇ ਆ ਬਈ। ਇਹਨਾਂ ਨੂੰ ਦੇਖ ਕੇ ਇੱਕ ਗਾਣਾ ਚੇਤੇ ਆ ਗਿਆ, ਬਹੁਤ ਪੁਰਾਣਾ ਹੈ। ਕੰਡੇ ਜਿੰਨੇ ਹੋਣ ਤਿੱਖੇ
ਫੁੱਲੇ ਉਹਨਾਂ ਹੁੰਦਾ ਸੋਹਣਾ। ਚਲੋ ਬਸ ਕਰੀਏ ਹੁਣ ਇੱਥੇ। ਲਓ ਜੀ ਪਹੁੰਚ ਰਹੇ ਹਾਂ ਹੁਣ ਅਗਲਾ ਪੜਾਵ ਸਾਦੁਲ ਸ਼ਹਿਰ ਤੇ ਆ ਸਾਰਾ ਪਰਿਵਾਰ ਤਿਆਰ ਹੈ। ਦੱਸੋ ਜੀ ਕਿਵੇਂ ਲੱਗਿਆ? ਸੋ ਸਰੋਂ ਦੇ ਖੇਤਾਂ 'ਚ ਅਸੀਂ ਕੀਤੀ ਸ਼ਾਨਦਾਰ ਵੀਡੀਓਗ੍ਰਾਫੀ, ਕੁਝ ਸ਼ਾਨਦਾਰ ਕੈਪਚਰ ਵੀ ਕੀਤੇ ਤੇ ਸਾਰੇ ਬਹੁਤ ਖੁਸ਼ ਵੀ ਨਜ਼ਰ ਆ ਰਹੇ ਸੀ। ਤੇ ਹੁਣ ਇੱਥੋਂ ਅਸੀਂ ਗੱਡੀਆਂ ਭਜਾ ਲਈਆਂ ਨੇ ਫੇਰ ਤੇ ਚੱਲ ਪਏ ਆ ਸਾਦੁਲ ਸ਼ਹਿਰ ਵੱਲ। ਤੇ ਲਓ ਜੀ ਹੁਣ ਅਸੀਂ ਪਹੁੰਚ ਗਏ ਹਾਂ ਸਾਦੁਲ ਸ਼ਹਿਰ ਦੇ ਅੰਦਰ, ਜਿੱਥੇ ਸਾਡੇ ਭੂਆ ਜੀ, ਫੁੱਫੜ ਜੀ ਤੇ ਸਾਰਾ ਪਰਿਵਾਰ ਸਾਡਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਤੇ ਚਲੋ ਪਹੁੰਚਦੇ ਹਾਂ ਉਹਨਾਂ ਕੋਲ। ਲਓ ਜੀ ਬੜੇ ਹੀ ਲੰਮੇ ਸਮੇਂ ਤੋਂ ਬਾਅਦ ਅਸੀਂ ਅੱਜ ਪਹੁੰਚ ਗਏ ਹਾਂ ਭੂਆ ਜੀ ਦੇ ਘਰ ਸਾਦੁਲ ਸ਼ਹਿਰ ਵਿਖੇ ਤੇ ਬਹੁਤ ਹੀ ਮਨ ਪ੍ਰਸੰਨ ਹੋਇਆ ਸਾਡਾ ਵੀ, ਸਭ ਦਾ। ਭੂਆ ਜੀ ਹੋ ਰਹੀ, ਫੁੱਫੜ ਜੀ ਹੋ ਰਹੀ, ਉਹਨਾਂ ਦੇ ਸਾਰੇ ਪਰਿਵਾਰ ਵੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਸਾਨੂੰ ਸਭ ਨੂੰ ਮਿਲ ਕੇ। ਤੇ ਤੇ ਲਓ ਜੀ ਸੋਹਣੇ ਸੋਹਣੇ ਪਕਵਾਨ ਸਜ ਗਏ ਨੇ ਤੇ ਲਓ ਛਕਦੇ ਆ ਇਹਨਾਂ ਨੂੰ, ਫਿਰ ਪੀਂਦੇ ਆ ਠੰਡੀ ਠੰਡੀ ਕੋਲਡ ਡਰਿੰਕ। ਠੰਡਾ ਠੰਡਾ ਕੋਲਡ ਡਰਿੰਕ ਪੀ ਕੇ ਗੱਲਾਂ ਬਾਤਾਂ ਦੇ ਸਿਲਸਿਲੇ ਹੁਣ ਸ਼ੁਰੂ ਹੋ ਚੁੱਕੇ ਨੇ। ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਇਹੋ ਜਿਹਾ ਪੁਰਾਣਾ ਵਿਰਸਾ ਜੋ ਸਾਡੀ ਭੂਆ ਜੀ ਨੇ ਬਹੁਤ ਸੰਭਾਲ ਕੇ ਰੱਖ ਰੱਖਿਆ ਹੈ, ਜਿਵੇਂ ਕਿ ਪੁਰਾਣੇ ਚੁੱਲ੍ਹੇ, ਪੁਰਾਣੇ ਤੰਦੂਰ ਤੇ ਪੁਰਾਣਾ ਜੋ ਮਾਹੌਲ ਪਿੰਡਾਂ ਵਿੱਚ ਹੋਇਆ ਕਰਦਾ ਸੀ। ਬਈ ਕਿਆ ਬਾਤ ਹੈ, ਭੂਆ ਜੀ ਨੇ ਤਾਂ ਬਹੁਤ ਕੁਛ ਪੁਰਾਤਨ ਵਿਰਾਸਤਾਂ ਨੂੰ ਸੰਭਾਲ ਕੇ ਰੱਖ ਰੱਖਿਆ ਹੈ।
ਤੇ ਨਾਲ ਹੀ ਆਹ ਵੇਖੋ ਮੇਰੇ ਮੰਮੀ ਜੀ ਮੇਰੇ ਦਾਦਾ ਜੀ ਦੇ ਹੱਥ ਦਾ ਬਣਿਆ ਪੁਰਾਤਨ ਚਰਖਾ ਕੱਤ ਕੇ ਵੇਖ ਰਹੇ ਨੇ ਕਿਸ ਤਰ੍ਹਾਂ ਚਲਾ ਰਹੇ ਨੇ। ਦੇਖੋ ਬੜੇ ਖੁਸ਼ ਹੋ ਰਹੇ ਨੇ ਸਾਰੇ ਦੇਖ ਕੇ। ਇਹ ਸਾਡੇ ਭੂਆ ਜੀ ਬਣਾ ਰਹੇ ਨੇ ਗਰਮਾ ਗਰਮ ਫੁਲਕੇ। ਵਾਹ ਆਨੰਦਮਈ, ਬੜੇ ਪਿਆਰ ਨਾਲ ਬਣਾ ਰਹੇ ਧੁੱਪੇ ਬਹਿ ਕੇ। ਇਹ ਸਾਡੀ ਪੁਰਾਤਨ ਪਰੰਪਰਾ ਤੰਦੂਰੇ ਰੋਟੀ ਬਣਾਉਣ ਦੀ। ਆ ਦੇਖਿਓ ਹੁਣੇ ਫੁਲਕਾ ਲੱਗੇਗਾ। ਉਹ ਹੁਣ ਸਾਦੁਲ ਸ਼ਹਿਰ ਦੇ ਵਿੱਚ ਪ੍ਰਸ਼ਾਦੇ ਛਕਣ ਦੀਆਂ ਤਿਆਰੀਆਂ ਦੇ ਵਿੱਚ ਰਮਣੀ। ਭੁੱਖ ਲੱਗੀ ਹੋਈ ਹੈ ਜੋਰਾਂ ਦੀ। ਤੇ ਵਾਓ, ਸੋ ਡਿਲੀਸ਼ੀਅਸ ਖਾਣਾ ਖਾਇਆ ਜਾ ਰਿਹਾ ਹੈ ਸਾਰਿਆਂ ਵੱਲੋਂ। ਚਮਚੇ ਹੱਥੋਂ ਥੋੜ੍ਹ ਗੰਢੇ। ਇਹਨੂੰ ਸਾਦੁਲ ਸ਼ਹਿਰ ਨਹੀਂ। ਵਾਓ, ਸਾਰੇ ਪਰਿਵਾਰ ਨੂੰ ਤਾਂ ਮਿਲ ਲਏ ਸੀ, ਲੇਕਿਨ ਇਹ ਮਹਾਸ਼ਯ ਜੀ ਤਾਂ ਰਹਿ ਹੀ ਗਏ ਸੀਗੇ। ਲਓ ਜੀ, ਇਹਨਾਂ ਨੂੰ ਵੀ ਮਿਲ ਲਈਏ। ਸੋ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹਰਿਆਣੇ ਤੋਂ ਚੱਲ ਕੇ ਅੱਜ ਸਾਦੁਲ ਸ਼ਹਿਰ ਪਹੁੰਚ ਕੇ ਇੱਥੇ ਬਹੁਤ ਚੰਗਾ ਲੱਗਿਆ। ਭੂਆ ਜੀ ਕੋਲ ਮਿਲ ਕੇ, ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਵਧੀਆ ਲੰਗਰ ਪ੍ਰਸ਼ਾਦਾ ਛਕਿਆ, ਸਾਰਿਆਂ ਨੂੰ ਮਿਲੇ। ਤੇ ਦੁਬਾਰਾ ਇੰਟਰੋਡਿਊਸ ਕਰਾ ਦਈਏ, ਫੇਸ ਹੀ ਦਿਖਾਈ ਜਾਈਏ ਨਾ ਕੀ ਲੈਣਾ। ਬਹੁਤ ਸਾਰੇ ਜਾਣੇ, ਸਾਰੇ ਪਰਿਵਾਰ ਦੇ ਮੈਂਬਰ ਨਜ਼ਰ ਆ ਰਹੇ ਨੇ, ਸਾਰੇ ਬਹੁਤ ਖੁਸ਼ ਨੇ। ਤੇ ਅਗਲੇ ਪੜਾਅ ਲਈ ਚੱਲਦੇ ਹਾਂ ਹਨੂੰਮਾਨਗੜ੍ਹ ਲਈ। ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕੀ ਨਵੇਂ ਅਟਰੈਕਸ਼ਨ ਨੇ, ਕਿਹਨਾਂ ਨਾਲ ਮਿਲਵਾਉਣ ਜਾ ਰਹੇ ਹਾਂ। ਓਕੇ ਜੀ, ਬਾਏ ਸਾਰੇ ਕਰੋ ਬਾਏ। ਸੋ ਸਾਦੁਲ ਸ਼ਹਿਰ ਦੇ ਵਿੱਚ ਅਸੀਂ ਆਏ ਹੋਏ ਸੀਗੇ। ਭੂਆ ਜੀ ਅਤੇ ਸਾਰੇ ਹੀ ਪਰਿਵਾਰ ਨੂੰ ਮਿਲ ਕੇ ਬਹੁਤ ਹੀ ਚੰਗਾ ਲੱਗਾ, ਬਹੁਤ ਹੀ ਵਧੀਆ ਅਸੀਂ ਇੱਥੇ ਟਾਈਮ ਸਪੈਂਡ ਕੀਤਾ। ਤੇ ਹੁਣ ਅਸੀਂ ਸਾਰਿਆਂ ਨੇ ਤਿਆਰੀਆਂ ਵੱਟ ਲਈਆਂ ਨੇ ਹਨੂੰਮਾਨਗੜ੍ਹ ਜਾਣ ਦੀਆਂ। ਹਨੂੰਮਾਨਗੜ੍ਹ ਜੰਕਸ਼ਨ ਅਸੀਂ ਪਹੁੰਚਾਂਗੇ ਤੇ ਮਿਲਦੇ ਹਾਂ ਸਾਰੇ ਪਰਿਵਾਰ ਦੇ ਨਾਲ। ਤੇ ਜਿਵੇਂ ਹੀ ਹਨੂੰਮਾਨਗੜ੍ਹ ਪਹੁੰਚੇ ਆ ਤੇ ਗਾਵਾਂ ਵੱਛੀਆਂ ਵੀ ਸਾਡਾ ਸਵਾਗਤ ਕਰਨ ਅੱਗੇ ਆ ਗਈਆਂ ਨੇ, ਤੁਸੀਂ ਦੇਖ ਸਕਦੇ ਹੋ। ਤੇ ਅਸੀਂ ਪਹੁੰਚ ਚੁੱਕੇ ਹਾਂ ਹਨੂੰਮਾਨਗੜ੍ਹ ਜੰਕਸ਼ਨ। ਤੇ ਇਹ ਆ ਗਈ ਹੈ ਪੀਲੀ ਚੱਕੀ। ਤੇ ਇਹ ਆ ਗਿਆ ਸੁਰੇਸ਼ੀਆ ਦਾ ਗੋਲ ਚੱਕਰ, ਜੋ ਕਿ ਹਨੂੰਮਾਨਗੜ੍ਹ ਦੇ ਵਿੱਚ ਕਾਫੀ ਫੇਮਸ ਹੈ। ਤੇ ਅੱਜ ਇੱਕ ਲੰਬੇ ਅਰਸੇ ਤੋਂ ਬਾਅਦ ਅਸੀਂ ਸਾਰਾ ਪਰਿਵਾਰ ਇਕੱਠੇ ਹੋ ਕੇ ਹਨੂੰਮਾਨਗੜ੍ਹ ਜੰਕਸ਼ਨ ਆ ਪਹੁੰਚੇ ਹਾਂ, ਸਾਡੀ ਪੁਰਾਣੀ ਕਲੋਨੀ ਦੇ ਵਿੱਚ, ਜਿੱਥੇ ਸਾਡੀਆਂ ਯਾਦਾਂ ਦਾ ਪੁਰਾਣਾ ਘਰ, ਕੱਚਾ ਘਰ ਹੋਇਆ ਕਰਦਾ ਸੀ। ਉਹਦੇ ਸਾਹਮਣੇ ਸਾਰੇ ਆ ਇਕੱਠੇ ਹੋਏ ਹਾਂ। ਉੱਥੇ ਸਾਡੀਆਂ ਪੁਰਾਤਨ ਯਾਦਾਂ ਜਿੱਥੇ ਜੁੜੀਆਂ ਹੋਈਆਂ ਨੇ, ਉਹਦੇ ਨਾਲ ਹੀ ਸਾਡੇ ਪੁਰਾਣੇ ਪੜੋਸੀ, ਸਾਡੀਆਂ ਆਂਟੀ ਜੀ ਹੋਰੀ, ਸਾਰੇ ਸਾਨੂੰ ਮਿਲ ਕੇ ਬਹੁਤ ਖੁਸ਼ ਹੋਏ। ਤੇ ਅਸੀਂ ਵੀ ਬਹੁਤ ਭਾਵੁਕ ਹੋ ਗਏ ਸੀਗੇ ਉਹ
ਪੁਰਾਣੀਆਂ ਯਾਦਾਂ ਦੇ ਵਿੱਚ ਜਾ ਕੇ। ਤੇ ਸਾਡੇ ਪੁਰਾਣੇ ਘਰ ਦੇ ਬਿਲਕੁਲ ਸਾਹਮਣੇ ਰਹਿੰਦੇ ਨੇ ਨਿੰਦਰ ਭੈਣ ਜੀ ਅਤੇ ਉਹਨਾਂ ਦਾ ਸਾਰਾ ਪਰਿਵਾਰ, ਤੇ ਕੁਲਦੀਪ ਭਾਜੀ ਵੀ ਸਾਨੂੰ ਬੜੇ ਪਿਆਰ ਦੇ ਨਾਲ ਮਿਲੇ, ਸਾਡਾ ਸਾਰਿਆਂ ਦਾ ਸਵਾਗਤ ਕੀਤਾ। ਤੇ ਇਹ ਨੇ ਸਾਡੇ ਮਾਮਾ ਜੀ ਦੀ ਬੇਟੀ ਨਿੰਦਰ ਭੈਣ ਜੀ, ਤੇ ਅਸੀਂ ਆ ਗਏ ਇਹਨਾਂ ਘਰੇ ਤੇ ਛਕਦੇ ਹਾਂ ਚਾਹ ਪਾਣੀ, ਤੇ ਗੱਲਾਂ ਬਾਤਾਂ ਦੇ ਸਿਲਸਿਲੇ ਹੁਣ ਹੋ ਗਏ ਨੇ ਸ਼ੁਰੂ, ਤੇ ਸਾਰੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਅਸੀਂ ਸਾਦਲ ਸ਼ਹਿਰ ਤੋਂ ਚੱਲ ਕੇ ਹੁਣ ਪਹੁੰਚੇ ਹਾਂ ਹਨੂੰਮਾਨਗੜ੍ਹ। ਨਿੰਦਰ ਭੈਣ ਜੀ ਕੋਲ ਆਏ ਨੇ ਸਾਡੇ ਸਤਿਕਾਰਯੋਗ ਕੁਲਦੀਪ ਭਾਜੀ, ਤੇ ਉਹਨਾਂ ਦੇ ਘਰੇ ਪਰਿਵਾਰ ਦੇ ਵਿੱਚ ਬੈਠੇ ਹਾਂ। ਬਹੁਤ ਹੀ ਚੰਗਾ ਲੱਗਾ, ਚਾਹ ਪਾਣੀ ਛਕਿਆ ਤੇ ਬਹੁਤ ਹੀ ਸਪਾਈਸੀ ਨਾਲ ਸਨੈਕਸ ਵੀ ਖਾਦੇ ਨੇ। ਆ ਸਾਰਿਆਂ ਨਾਲ ਰੂਬਰੂ ਕਰਾ ਦਈਏ। ਇਹ ਭੈਣ ਜੀ ਬੈਠੇ, ਸਾਰਾ ਪਰਿਵਾਰ, ਤੇ ਆ ਲਓ, ਬਹੁਤ ਹੀ ਵਧੀਆ ਲੱਗਿਆ। ਤੇ ਹਨੂੰਮਾਨਗੜ੍ਹ ਦੇ ਵਿੱਚ ਹੀ ਰਹਿੰਦੇ ਨੇ ਬੜੇ ਹੀ ਸਤਿਕਾਰਯੋਗ ਹੰਸਰਾਜ ਜੋਸ਼ੀ ਜੀ, ਸਾਡੇ ਪਿਆਰੇ ਅੰਕਲ ਜੀ, ਜਿਨ੍ਹਾਂ ਦਾ ਪਰਿਵਾਰ ਵੀ ਸਾਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਅਸੀਂ ਸਭ ਵੀ ਬਹੁਤ ਇੱਥੇ ਆ ਕੇ ਖੁਸ਼ੀ ਮਹਿਸੂਸ ਕੀਤੀ। ਤੇ ਇਹ ਜਨਾਬ ਨੇ ਸਾਡੇ ਪੁਰਾਣੇ ਮਿੱਤਰ ਸ਼ਿਵ ਸ਼ੰਕਰ ਜੋਸ਼ੀ, ਜੋ ਕਿ ਹੁਣ ਬੈਂਕ ਦੇ ਵਿੱਚ ਸੀਨੀਅਰ ਮੈਨੇਜਰ ਨੇ, ਤੇ ਸਾਡੇ ਬੜੇ ਪੁਰਾਣੇ ਮਿੱਤਰ ਵੀ ਨੇ, ਤੇ ਸਾਡੇ ਨਾਲ ਕ੍ਰਿਕਟ ਵੀ ਖੇਡਦੇ ਰਹੇ ਨੇ। ਤੇ ਆਂਟੀ ਜੀ ਹੋਰੀ ਤੇ ਸਾਰਾ ਪਰਿਵਾਰ ਸਾਨੂੰ ਮਿਲ ਕੇ ਬੜੇ ਖੁਸ਼ ਹੋਏ, ਤੇ ਇੱਥੇ ਵੀ ਅਸੀਂ ਇੱਕ ਇੱਕ ਪਿਆਲਾ ਪੀਤਾ ਚਾਹ ਦਾ, ਤੇ ਪੁਰਾਣੀਆਂ ਯਾਦਾਂ ਦੇ ਵਿੱਚ ਖੋ ਗਏ। ਇਹ ਸੁਨੀਲ ਜੋਸ਼ੀ ਤੇ ਸ਼ਿਵ ਸ਼ੰਕਰ, ਇਹ ਬੜਾ ਹੀ ਅੱਛਾ ਕ੍ਰਿਕਟ ਵੀ ਖੇਡਦੇ ਸੀ ਤੇ ਮੇਰੇ ਬੜੇ ਅੱਛੇ ਮਿੱਤਰ ਵੀ ਸੀ। ਸੋ ਆਓ ਸਾਰੇ ਹੀ ਪਰਿਵਾਰ ਨਾਲ ਹੁਣ ਕਰਦੇ ਹਾਂ ਇੱਕ ਕੈਪਚਰ। ਤੇ ਥੋੜ੍ਹੇ ਹੀ ਸਮੇਂ ਲਈ ਅਸੀਂ ਗਏ ਸ਼ਿਵ ਸ਼ੰਕਰ ਦੇ ਬਣਾਏ ਹੋਏ ਨਵੇਂ ਆਸ਼ੀਆਨੇ ਦੇ ਵਿੱਚ, ਜਿੱਥੇ ਜਾ ਕੇ ਸਾਨੂੰ ਬਹੁਤ ਚੰਗਾ ਲੱਗਿਆ। ਸਾਰਾ ਪਰਿਵਾਰ ਬਹੁਤ ਹੀ ਖੁਸ਼ ਹੋਇਆ। ਸੋ ਅੱਜ ਹਨੂੰਮਾਨਗੜ੍ਹ ਦੇ ਵਿੱਚ ਨਿੰਦਰ ਭੈਣ ਜੀ ਕੋਲ ਪਰਿਵਾਰ ਦੇ ਵਿੱਚ ਪ੍ਰਸ਼ਾਦੇ ਛਕ ਰਹੇ ਹਾਂ। ਬਹੁਤ ਹੀ ਆਨੰਦਮਈ ਡਿਲੀਸ਼ੀਅਸ ਫੂਡ ਦੀ ਤਿਆਰੀ ਹੈ। ਸਾਡੇ ਸਤਿਕਾਰਯੋਗ ਭਾਜੀ, ਸਾਰਾ ਪਰਿਵਾਰ, ਤੇ ਆਰੇ ਭੈਣ ਜੀ, ਤੇ ਉਹ ਪਿੱਛੇ ਕਾਰੀਗਰ ਸਾਹਿਬ।
ਸੋ ਹਨੂੰਮਾਨਗੜ੍ਹ ਦੇ ਵਿੱਚ ਰੁਕੇ ਹੋਏ ਸੀਗੇ ਤੇ ਇਹ ਹੈਗਾ ਸਾਡਾ ਸੁਰੇਸ਼ੀਆ ਵਾਲਾ ਗੁਰਦੁਆਰਾ ਸਾਹਿਬ ਤੇ ਉਹਦੇ ਨਾਲ ਹੀ ਇਹ ਹੈ ਪਾਰਕ ਜੋ ਕਿ ਕਿਸੇ ਵੇਲੇ ਸਾਡਾ ਕ੍ਰਿਕਟ ਦਾ ਗਰਾਊਂਡ ਹੋਇਆ ਕਰਦਾ ਸੀ। ਇਹ ਕਾਫੀ ਵੱਡਾ ਗਰਾਊਂਡ ਸੀ ਤੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀਆਂ ਸਫਾਈਆਂ ਹੋ ਰਹੀਆਂ ਨੇ ਤੇ ਮੰਮੀ ਵੀ ਬ੍ਰਸ਼ ਕਰ ਰਹੇ ਨੇ ਤੇ ਇੱਧਰ ਵੀ ਦੂਜੀ ਗੱਡੀ ਦੀਆਂ ਵੀ ਤਿਆਰੀਆਂ ਹੋ ਰਹੀਆਂ ਨੇ ਤੇ ਇਹ ਕੀ ਹੋ ਰਿਹਾ ਬਈ? ਤੇ ਲੈ ਜੀਜਾ ਜੀ ਵੀ ਬੁਰਸ਼ ਕਰਨ ਲੱਗੇ ਆ। ਚਲੋ ਬਈ ਸਾਰੇ ਤਿਆਰ ਹੋ ਹੀ ਰਹੇ ਨੇ ਤੇ ਇਸ ਦੇ ਨਾਲ ਹੀ ਅਸੀਂ ਗਰਮਾ ਗਰਮ ਚਾਹ ਪੀਤੀ ਬੱਬੂ ਵੀਰ ਦੇ ਘਰੇ। ਸਾਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਉਹਨਾਂ ਸਭ ਨੂੰ ਮਿਲ ਕੇ। ਟੀਟੂ, ਉਹਨਾਂ ਦੇ ਪਿਤਾ ਜੀ, ਸਾਰਾ ਪਰਿਵਾਰ ਬਹੁਤ ਹੀ ਖੁਸ਼ ਹੈ। ਤੇ ਕੁਝ ਕੁ ਸਮੇਂ ਲਈ ਅਸੀਂ ਪਹੁੰਚੇ ਹਾਂ ਰਚਨਾ ਭਾਬੀ ਜੀ ਦੇ ਘਰ, ਜਿਨ੍ਹਾਂ ਦੇ ਘਰੇ ਕਿ ਕਿਸੇ ਜ਼ਮਾਨੇ 'ਚ ਅਸੀਂ ਰਿਹਾ ਕਰਦੇ ਸੀ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਤੇ ਬਹੁਤ ਹੀ ਵਧੀਆ ਲੱਗਿਆ ਸਾਰੇ ਪਰਿਵਾਰ ਨੂੰ ਮਿਲ ਕੇ। ਤੇ ਲਓ ਜੀ, ਹੁਣ ਅਸੀਂ ਆ ਗਏ ਹਾਂ ਸਾਡੇ ਹਨੂੰਮਾਨਗੜ੍ਹ ਦੇ ਇੱਕ ਹੋਰ ਪੜੋਸੀ ਪਰਿਵਾਰ ਦੇ ਕੋਲ, ਸ਼੍ਰੀ ਜਮਨ ਲਾਲ ਜੀ ਪਾਈਵਾਲ, ਉਹਨਾਂ ਦੇ ਘਰ ਦੇ ਵਿੱਚ। ਇਹਨਾਂ ਨੂੰ ਵੀ ਸਾਰੇ ਪਰਿਵਾਰ ਨੂੰ ਮਿਲ ਕੇ ਸਾਨੂੰ ਸਭ ਨੂੰ ਬਹੁਤ ਚੰਗਾ ਲੱਗਿਆ ਤੇ ਪੁਰਾਣੀਆਂ ਯਾਦਾਂ ਦੀਆਂ ਗੱਲਾਂ ਅਸੀਂ ਸਾਂਝੀਆਂ ਕੀਤੀਆਂ। ਤੇ ਲਓ ਜੀ, ਉਹਦੇ ਨਾਲ ਨਾਲ ਕੁਝ ਪੁਰਾਣੇ ਕਲਚਰ ਦੀਆਂ ਚੀਜ਼ਾਂ ਜੋ ਕਿ ਅੱਜ ਕੱਲ੍ਹ ਲੁਪਤ ਹੋ ਰਹੀਆਂ ਨੇ, ਪਾਥੀਆਂ, ਤੂੜੀ ਤੇ ਹੋਰ ਜੋ ਪੁਰਾਣੀਆਂ ਪੇਂਡੂ ਸਾਧਨ ਹੋਇਆ ਕਰਦੇ ਸੀ। ਹੁਣ ਸਭ ਮਿਲ ਕੇ ਕਰਦੇ ਹਾਂ ਇੱਕ ਪਿਆਰੀ ਜੀ ਤਸਵੀਰ। ਤੇ ਦੋਸਤੋ, ਇਹ ਹੈ ਸਾਡੇ ਇਲਾਕੇ ਦਾ ਬਹੁਤ ਹੀ ਪੁਰਾਣਾ ਸਕੂਲ, ਰਤਨਦੀਪ ਮਾਡਲ ਸਕੂਲ। ਤੇ ਅੱਜ ਅਸੀਂ ਤਿਆਰ ਤਿਉਰ ਹੋ ਕੇ ਘਰੋਂ ਨਿਕਲੇ ਹਾਂ ਤੇ ਜਾ ਰਹੇ ਹਾਂ ਹਨੂੰਮਾਨਗੜ੍ਹ ਜੰਕਸ਼ਨ ਤੋਂ ਹਨੂੰਮਾਨਗੜ੍ਹ ਟਾਊਨ। ਹਨੂੰਮਾਨਗੜ੍ਹ ਟਾਊਨ ਦੇ ਵਿੱਚ ਅਸੀਂ ਤਕਰੀਬਨ 1982 ਤੋਂ ਲੈ ਕੇ ਤਕਰੀਬਨ 11-12 ਸਾਲ ਇਸ ਸ਼ਹਿਰ ਦੇ ਵਿੱਚ ਅਸੀਂ ਆਪਣੀ ਪੁਰਾਣੀਆਂ ਯਾਦਾਂ ਬਿਤਾਈਆਂ। ਪੁਰਾਣਾ ਸਮਾਂ ਇੱਥੇ ਸਾਡਾ ਘਰ ਹੋਇਆ ਕਰਦਾ ਸੀਗਾ ਤੇ ਸਾਰੇ ਸੱਜਣਾ ਮਿੱਤਰਾਂ, ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ ਅਸੀਂ ਅੱਜ ਮਿਲਣ ਲਈ ਚੱਲੇ ਹਾਂ ਤੇ ਉਹ ਵੀ ਸਾਨੂੰ ਮਿਲਣ ਲਈ ਬਹੁਤ ਐਕਸਾਈਟਿਡ ਨੇ। ਤੇ ਚਲੋ ਚੱਲਦੇ ਹਾਂ ਉਹਨਾਂ ਵੱਲ। ਹਨੂੰਮਾਨਗੜ੍ਹ ਜੰਕਸ਼ਨ ਤੋਂ ਚੱਲੇ ਹੋਏ ਹਾਂ ਤੇ ਰਸਤੇ ਦੇ ਵਿੱਚ ਆਇਆ ਹੈ ਇੱਕ ਬਹੁਤ ਪੁਰਾਣਾ ਹਨੂੰਮਾਨ ਜੀ ਦਾ ਮੰਦਿਰ ਤੇ ਸਾਹਮਣੇ ਹੈ ਬਜਾਜ ਆਟੋ। ਤੇ ਇਸ ਏਜੰਸੀ ਬਾਰੇ ਵੀ ਕੁਝ ਗੱਲਾਂ ਬਾਤਾਂ ਕਰਾਂਗੇ, ਲੇਕਿਨ ਕੁਝ ਦੇਰ ਬਾਅਦ। ਤੇ ਇਹ ਹੈ ਹਨੂੰਮਾਨਗੜ੍ਹ ਟਾਊਨ ਦਾ ਪੁਰਾਣਾ ਸਿਨੇਮਾ ਜੋ ਕਿ ਵਿਜੈ ਸਿਨੇਮਾ ਨਾਮ ਤੋਂ ਜਾਣਿਆ ਜਾਂਦਾ ਸੀ, ਲੇਕਿਨ ਹੁਣ ਇਹ ਖੰਡਰ ਹੋ ਚੁੱਕਿਆ ਹੈ ਕਿਉਂਕਿ ਅੱਜ ਕੱਲ੍ਹ ਮੋਬਾਈਲ ਦੀ ਦੁਨੀਆ ਦੇ ਵਿੱਚ ਸਾਰੇ ਖੋਏ ਪਏ ਨੇ। ਸਿਨੇਮਿਆਂ ਦੀ ਤਾਂ ਇਹੀ ਹਾਲਤ ਹੈ ਬਈ ਅੱਜ ਕੱਲ੍ਹ। ਸੋ ਹਨੂੰਮਾਨਗੜ੍ਹ ਟਾਊਨ ਪਹੁੰਚ ਕੇ ਅਸੀਂ ਹੁਣ ਜਿਸ ਘਰ ਦੇ ਵਿੱਚ ਪਹੁੰਚੇ ਹਾਂ, ਇਹ ਘਰ ਸਾਨੂੰ ਲੈ ਗਿਆ ਹੈ 1985 ਦੀਆਂ ਯਾਦਾਂ ਦੇ ਵਿੱਚ, ਕਿਉਂਕਿ ਅਸੀਂ ਉਸ ਸਮੇਂ ਇਸ ਕਲੋਨੀ ਦੇ ਵਿੱਚ ਰਿਹਾ ਕਰਦੇ ਸੀ ਤੇ ਮੁਹੱਲੇ ਦਾ ਨਾਮ ਸੀ ਪੰਜਾਬੀ ਮੁਹੱਲਾ ਹਨੂੰਮਾਨਗੜ੍ਹ ਟਾਊਨ। ਤੇ ਇਹ ਘਰ ਹੈ ਦਿਲਬਾਗ ਸਿੰਘ, ਗੁਰਸੇਵਕ ਸਿੰਘ, ਸਾਡੇ ਪਿਆਰੇ ਵੀਰ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਘਰ। ਤੇ ਇਸ ਘਰ ਦੇ ਵਿੱਚ ਆ ਕੇ ਸਾਡੇ ਵੀ ਚਿਹਰੇ ਖੁਸ਼ੀਆਂ ਨਾਲ ਖੇਡ ਉੱਠੇ ਨੇ।
ਸੋ ਅਸੀਂ ਅੱਜ ਆਏ ਹਾਂ ਹਨੂੰਮਾਨਗੜ੍ਹ ਟਾਊਨ, ਭਾਈ ਕਸ਼ਮੀਰਾ ਸਿੰਘ ਜੀ ਸ਼ਿੰਦਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨਾਲ ਸਾਰੇ ਮਿਲਣ ਆਏ। ਸੋ ਹਨੂੰਮਾਨਗੜ੍ਹ ਟਾਊਨ ਦੇ ਵਿੱਚ ਸਾਡੇ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਸਾਂਝ ਸਾਰੇ ਪਰਿਵਾਰ ਦੀ, ਤੇ ਬਹੁਤ ਹੀ ਚੰਗਾ ਲੱਗਿਆ। ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਜੀ? ਅੱਜ ਸਾਰੇ ਆਏ। ਬਹੁਤ ਵਧੀਆ, ਕਿਰਪਾ। ਇਹ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਮੇਰੇ ਨਾਮ ਦੇ, ਤੇ ਭਾਈ ਕਸ਼ਮੀਰਾ ਸਿੰਘ ਜੀ, ਤੇ ਬਚਪਨ ਦਾ ਨਾਮ ਭਾਈ ਸੁਖੀ ਜੀ ਤੇ ਸਿੰਦਾ ਜੀ ਸਾਡਾ ਜਥਾ ਹੁੰਦਾ ਸੀ ਇੱਕ ਤੇ ਬਚਪਨ ਦੀਆਂ ਯਾਦਾਂ। ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਪਵਿੱਤਰ ਅਸਥਾਨ ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ। ਇਹ ਉਹ ਪਵਿੱਤਰ ਅਸਥਾਨ ਹੈ ਜਿਸ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਮੱਸੇ ਰੰਗੜ ਨੇ ਵੇਸਵਾ ਦਾ ਨਾਚ ਕਰਾਇਆ, ਬੇਅਦਬੀ ਕੀਤੀ। ਉਸ ਵੇਲੇ ਬੁੱਢੇ ਜੋੜ ਦੀ ਪਾਵਨ ਪਵਿੱਤਰ ਧਰਤੀ ਤੋਂ ਦੋ ਸੂਰਬੀਰ ਯੋਧੇ ਬਾਬਾ ਸੁੱਖਾ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਰਸਤੇ ਵਿੱਚ ਜਾਂਦੇ ਸਮੇਂ ਇਸ ਪਵਿੱਤਰ ਅਸਥਾਨ 'ਤੇ ਰੁਕੇ ਸਨ, ਅਤੇ ਜਿਸ ਵੇਲੇ ਮੱਸੇ ਰੰਗੜ ਦਾ ਸੀਸ ਧੜ ਨਾਲੋਂ ਕਲਮ ਕੀਤਾ, ਉਸ ਵੇਲੇ ਵਾਪਸੀ ਵੇਲੇ ਵੀ ਇਸ ਅਸਥਾਨ 'ਤੇ ਉਹਨਾਂ ਨੇ ਆਰਾਮ ਕੀਤਾ ਸੀ। ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਰੂਹ ਨੂੰ ਬੜਾ ਹੀ ਸਕੂਨ ਮਿਲਿਆ। ਇਹ ਹੈ ਇੱਥੋਂ ਦਾ ਪਵਿੱਤਰ ਸਰੋਵਰ। ਆਓ ਛਕਦੇ ਹਾਂ ਗੁਰੂ ਕਾ ਲੰਗਰ। ਤੇ ਲਓ ਜੀ, ਹੁਣ ਅਸੀਂ ਰਵਾਨਾ ਹੋ ਗਏ ਹਾਂ ਮੀਕੋ ਭੈਣ ਜੀ ਦੇ ਘਰ ਲਈ, ਤੇ ਰਸਤੇ 'ਚ ਆ ਰਿਹਾ ਹੈ ਮੇਰੀਆਂ ਭੈਣਾਂ ਦਾ ਪੁਰਾਣਾ ਸਕੂਲ। ਤੇ ਹੁਣ ਅਸੀਂ ਆ ਗਏ ਹਾਂ ਮੀਕੋ ਭੈਣ ਜੀ ਦੇ ਘਰ, ਜੋ ਕਿ ਸਾਡੇ ਛੋਟੇ ਮਾਮਾ ਜੀ ਦੀ ਬੇਟੀ ਹੈ। ਪੁਰਾਣੀਆਂ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਨੇ ਤੇ ਦਿਲਾਂ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਸਭ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ। ਤੇ ਹੁਣ ਅਸੀਂ ਖਾਣੇ ਆ ਗਰਮਾ ਗਰਮ ਸਮੋਸੇ ਤੇ ਪੀਵਾਂਗੇ ਗਰਮਾ ਗਰਮ ਚਾਹ ਵੀ। ਇਹ ਹੈ ਪਿੰਟੂ ਸਿੰਘ, ਜੋ ਕਿ ਬਹੁਤ ਹੀ ਅੱਛੇ ਫੋਟੋਗ੍ਰਾਫਰ ਨੇ। ਸੋ ਭੈਣ ਜੀ ਹੋਰਾਂ ਕੋਲ ਆਏ ਹੋਏ ਹਾਂ ਹਨੂੰਮਾਨਗੜ੍ਹ ਟਾਊਨ, ਤੇ ਸਾਰਿਆਂ ਨੂੰ ਮਿਲ ਕੇ ਹੁਣ ਬਾਏ ਬਾਏ ਆਖਦੇ ਹਾਂ ਜੀ। ਬਾਏ ਬਾਏ ਸਾਰੇ ਬੋਲੋ। ਵਾਹ, ਇਹਦੇ ਨਾਲ ਹੀ ਡੈਡੀ ਜੀ ਨੂੰ ਵੀ ਮਿਲ ਪਏ ਨੇ ਪੁਰਾਣੇ ਸ਼ਾਗਿਰਦ ਬਬਲੀ ਭਾਜੀ, ਜੋ ਕਿ ਕਾਫੀ ਲੰਬੇ ਅਰਸੇ ਤੱਕ ਡੈਡੀ ਨਾਲ ਕੰਮ ਕਰਦੇ ਰਹੇ ਨੇ। ਸੋ ਅਸੀਂ ਹਨੂੰਮਾਨਗੜ੍ਹ ਟਾਊਨ ਆਏ ਹੋਏ ਸੀ, ਤੇ ਐਵੇਂ ਹੋ ਨਹੀਂ ਸਕਦਾ ਕਿ ਕਿਲ੍ਹਾ ਵੇਖੇ ਬਗੈਰ ਜਾਈਏ। ਕਿਲ੍ਹੇ ਦੇ ਕੋਲ ਤਾਂ ਅਸੀਂ ਜ਼ਰੂਰ ਪਹੁੰਚੇ। ਉਸ ਤੋਂ ਪਹਿਲਾਂ ਆਇਆ ਹੈ ਸਾਡਾ ਸਰਕਾਰੀ ਸਕੂਲ, ਜਿਹਦੇ ਵਿੱਚ ਕਿ ਮੈਂ 9th ਕਲਾਸ ਦੀ ਪੜ੍ਹਾਈ ਕੀਤੀ ਸੀ, ਜਿਹਨੂੰ ਕਿ ਕਿਲ੍ਹੇ ਵਾਲਾ ਸਕੂਲ ਵੀ ਆਖਦੇ ਨੇ। ਪਰ ਇੱਕ ਗੱਲ ਤੋਂ ਸਾਰੇ ਨਿਰਾਸ਼ ਹੋਏ ਕਿ ਕਿਲ੍ਹੇ ਦੇ ਅੰਦਰ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ, ਤੇ ਅਸੀਂ ਕਿਲ੍ਹੇ ਦੇ ਅੰਦਰ ਵਿਜ਼ਿਟ ਨਹੀਂ ਕਰ ਪਾਏ। ਚਲੋ ਚਾਰੇ ਪਾਸੇ ਗੱਡੀ ਦੀਆਂ ਸੈਰਾਂ ਹੀ ਹੋ ਸਹੀ।
ਤੇ ਹਨੂਮਾਨਗੜ੍ਹ ਟਾਊਨ ਦਾ ਸਫ਼ਰ ਬਹੁਤ ਹੀ ਚੰਗਾ ਰਿਹਾ ਤੇ ਕਿਲੇ ਦੇ ਵਿੱਚ ਘੁੰਮਣ ਜਾਣਾ ਸੀ, ਲੇਕਿਨ ਰੈਨੋਵੇਸ਼ਨ ਕਰਕੇ ਨਹੀਂ ਜਾ ਸਕੇ। ਤੇ ਚਲੋ ਹੁਣ ਹਨੂਮਾਨਗੜ੍ਹ ਟਾਊਨ ਤੋਂ ਵਾਪਸ ਚੱਲਦੇ ਹਾਂ ਹਨੂਮਾਨਗੜ੍ਹ ਜੰਕਸ਼ਨ ਦੇ ਵਿੱਚ। ਤੇ ਰਸਤੇ ਦੇ ਵਿੱਚ ਵਿਜੇ ਸਿਨੇਮਾ ਜਿਹੜਾ ਕਿ ਬਹੁਤ ਪੁਰਾਣਾ ਸੀ, ਖੰਡਰ ਹੋ ਚੁੱਕਿਆ, ਤੇ ਅੱਗੇ ਚੱਲਦੇ ਹਾਂ। ਤੇ ਇਹ ਹੈ ਪੁਰਾਣਾ ਹਨੂਮਾਨ ਮੰਦਿਰ ਤੇ ਉਹਦੇ ਸਾਹਮਣੇ ਹੈ ਗਣਪਤੀ ਆਟੋਮੋਬਾਈਲਸ, ਜਿੱਥੇ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ। ਆਓ ਚੱਲਦੇ ਹਾਂ। ਅੱਜ ਅਸੀਂ ਹਨੂਮਾਨਗੜ੍ਹ ਆਏ ਹਾਂ। ਸਾਡੇ ਬੜੇ ਸਤਿਕਾਰਯੋਗ ਕਮਲ ਜੈਨ ਜੀ, ਸਾਡੇ ਉਸਤਾਦ, ਸਾਡੇ ਗੁਰੂ, ਸਾਡੇ ਸਭ ਕੁਝ, ਇਹਨਾਂ ਨੂੰ ਮਿਲਣ ਆਏ ਜੀ। ਆਪਕੋ कैसा लग रहा है जी? बहुत खुशी हुई है पुराने बंदों से मिलके, सोनू से मिलके और सोनू के पापा से मिलके बहुत खुशी हुई। ਵਾਹ ਜੀ ਵਾਹ, बहुत thank अच्छा you। लगा। ਇਹ ਸਾਡੇ ਨਾਨਕ ਸਾਹਿਬ ਤੇ ਚਲੋ ਅੱਗੇ ਮਿਲਦੇ ਹਾਂ। ਵੈਸੇ ਇੱਕ ਗੱਲ ਹੈ ਕਿ ਹਨੂਮਾਨਗੜ੍ਹ ਜੰਕਸ਼ਨ ਨੇ ਵੀ ਹੁਣ ਪਹਿਲਾਂ ਨਾਲੋਂ ਕਾਫੀ ਤਰੱਕੀ ਕਰ ਲਈ ਹੈ। ਬਹੁਤ ਸਾਰਾ ਕੁਝ ਨਵਾਂ ਡਿਵੈਲਪ ਹੋ ਚੁੱਕਿਆ ਹੈ ਇੱਥੇ। ਤੇ ਹੁਣ ਅਸੀਂ ਪਹੁੰਚ ਗਏ ਹਾਂ ਸੁਰੇਸ਼ੀਆ ਦੇ ਗੋਲ ਚੱਕਰ ਤੇ। ਇੱਥੋਂ ਖਾਵਾਂਗੇ ਚਟਪਟੇ ਗੋਲ ਗੱਪੇ, ਜੋ ਕਿ ਸਾਰਿਆਂ ਦੀ ਡਿਮਾਂਡ ਹੈ। ਬਈ ਗੋਲ ਗੱਪਿਆਂ ਵਾਲੇ ਵੀਰ ਨੇ ਤੇ ਅੱਜ ਨਜ਼ਾਰੇ ਹੀ ਬੰਨ੍ਹਤੇ। ਬਹੁਤ ਹੀ ਕ੍ਰਿਸਪੀ ਤੇ ਸਪਾਈਸੀ ਮਜ਼ੇਦਾਰ ਗੋਲ ਗੱਪੇ ਬਣਾਏ ਤੇ ਸਾਰਿਆਂ ਨੇ ਰੱਜ ਰੱਜ ਕੇ ਖਾਧੇ। ਤੇ ਲਓ ਜੀ, ਗੋਲ ਗੱਪੇ ਖਾ ਕੇ ਸਲਾਵਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤੇ ਦੇਖਦੇ ਹਾਂ ਕੀ ਸੋਚ ਰਹੇ ਹੈ। ਤੇ ਰਾਜਸਥਾਨ ਆਏ ਹੋਏ ਆ ਤੇ ਇਹੋ ਜਿਹੇ ਟੋਲੇ ਨਾ ਨਜ਼ਰ ਆਉਣ, ਐਵੇਂ ਹੋ ਸਕਦਾ ਕਦੇ? ਇਹ ਵੀ ਤਾਂ ਇੱਥੇ ਨਜ਼ਰ ਆਉਣਗੇ ਹੀ ਨਾ। ਗੋਲ ਗੱਪੇ ਖਾਣ ਤੋਂ ਬਾਅਦ ਅਸੀਂ ਆਏ ਸੰਤੋਖ ਸਿੰਘ ਵੀਰ ਕੋਲ, ਜੋ ਸਾਡਾ ਪਰਮ ਮਿੱਤਰ ਹੈ, ਤੇ ਉਹਨਾਂ ਘਰੇ ਆ ਕੇ ਪੀਤੀ ਗਰਮਾ ਗਰਮ ਚਾਹ ਤੇ ਉਸ ਤੋਂ ਬਾਅਦ ਛਕੇ ਅਸੀਂ ਸਵਾਦਿਸ਼ਟ ਵਿਅੰਜਨ, ਯਾਨੀ ਕਿ ਸ਼ਾਨਦਾਰ ਖਾਣਾ। ਬਈ ਲੰਗਰ ਪ੍ਰਸ਼ਾਦਾ ਬਣਾਉਣ ਲਈ ਵੀਰ ਹੋਰਾਂ ਨੇ ਤੇ ਸਾਰੇ ਪਰਿਵਾਰ ਨੇ ਬਹੁਤ ਮਿਹਨਤ ਕੀਤੀ, ਤਾਂ ਹੀ ਤਾਂ ਇੰਨਾ ਲਾਜਵਾਬ ਲੰਗਰ ਤਿਆਰ ਹੋਇਆ। ਸੋ ਹਨੂਮਾਨਗੜ੍ਹ ਦੇ ਵਿੱਚ ਖਾ ਰਹੇ ਹਾਂ ਟੇਸਟੀ ਪੰਜਾਬੀ ਆਈਸਕ੍ਰੀਮ। ਹਨੂਮਾਨਗੜ੍ਹ ਤੋਂ ਅਗਲੇ ਪੜਾਅ ਦੀ ਤਿਆਰੀ ਹੈ। ਤਿਆਰ ਹੋ ਰਹੇ ਨੇ ਜੋਰਾਂ ਸ਼ੋਰਾਂ ਨਾਲ, ਤੇ ਉਹਦੇ ਨਾਲ ਹੀ ਆਏ ਨੇ ਖਾਨਦਾਨੀ ਦੋਸਤ ਮਹਾਵੀਰ ਪ੍ਰਸਾਦ ਤੇ ਉਹਨਾਂ ਦੀ ਵਾਈਫ। ਤੇ ਅੱਗੇ ਨਿਕਲਦੇ ਹੁਣ ਅਗਲੇ ਪੜਾਅ ਲਈ। ਬੜੇ ਸਾਲਾਂ ਬਾਅਦ ਫਿਰ ਟਿਕੜੀ ਸਾਡੀ ਇਕੱਠੀ ਹੋਈ ਹੈ ਕ੍ਰਿਕਟ ਟੀਮ ਦੀ। ਤੇ ਹਨੂਮਾਨਗੜ੍ਹ ਦੇ ਮੇਰੇ ਪਿਆਰੇ ਦੋਸਤ ਸੰਤੋਖ ਸਿੰਘ ਜੀ, ਮਹਾਵੀਰ ਪ੍ਰਸਾਦ ਤੇ ਦਾਸ। ਉਹ ਇਹ ਕੀ ਕਰੀ ਜਾਂਦੀਆਂ ਹੈ? ਹਨੂਮਾਨਗੜ੍ਹ ਜੰਕਸ਼ਨ ਤੇ ਹਨੂਮਾਨਗੜ੍ਹ ਟਾਊਨ ਦੇ ਵਿੱਚ ਅਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਮਿਲੇ, ਜਿਨ੍ਹਾਂ ਨੂੰ ਮਿਲ ਕੇ ਸਾਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੋਈ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਤੇ ਉਹਦੇ ਨਾਲ ਹੀ ਇਹ ਪੁਰਾਣਾ ਆਨੰਦ ਸਿਨੇਮਾ
ਇੱਥੋਂ ਜਾ ਕੇ ਹੁਣ ਅਸੀਂ ਪਹੁੰਚਾਂਗੇ ਸੂਰਤਗੜ੍ਹ ਸ਼ਹਿਰ ਦੇ ਵਿੱਚ ਤੇ ਸੂਰਤਗੜ੍ਹ ਕੁਝ ਸਮਾਂ ਕਰਾਂਗੇ ਸਟੇ ਤੇ ਉਸ ਤੋਂ ਬਾਅਦ ਪਹੁੰਚਾਂਗੇ ਅਨੂਪਗੜ੍ਹ ਯਾਨੀ ਕਿ ਸਾਡੇ ਮਾਮਾ ਜੀ ਹੋਰਾਂ ਦੇ ਘਰ ਦੇ ਵਿੱਚ, ਜਿੱਥੇ ਕਿ ਸਾਰਾ ਪਰਿਵਾਰ ਸਾਡਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤੇ ਆਓ ਚੱਲਦੇ ਹਾਂ ਸੂਰਤਗੜ੍ਹ ਵੱਲ ਨੂੰ। ਵਾਹ, ਰਾਜਸਥਾਨੀ ਪਹਿਰਾਵਾ ਤਾਂ ਕਮਾਲ ਦਾ ਬਈ। ਸੋ ਬੜੇ ਲੰਮੇ ਅਰਸੇ ਤੋਂ ਬਾਅਦ ਰਾਜਸਥਾਨ ਟਰੈਵਲ ਕਰਨ ਦਾ ਸਬਬ ਬਣਿਆ ਤੇ ਰਾਜਸਥਾਨ ਦਾ ਪਿਆਰਾ ਜਿਹਾ ਮਾਹੌਲ ਤੇ ਰਾਜਸਥਾਨ ਦੀਆਂ ਸੋਹਣੀਆਂ ਸੜਕਾਂ ਦੇਖ ਕੇ ਮਨ ਬਹੁਤ ਖੁਸ਼ ਹੋ ਰਿਹਾ ਤੇ ਹੁਣ ਬੜੀ ਜਲਦੀ ਹੀ ਅਸੀਂ ਪਹੁੰਚ ਰਹੇ ਹਾਂ ਸੂਰਤਗੜ੍ਹ। ਤੇ ਇੱਥੋਂ ਸ਼ੁਰੂਆਤ ਹੁੰਦੀ ਹੈ ਰਾਜਸਥਾਨ ਦੇ ਰੇਗਿਸਤਾਨਾਂ ਦੀ, ਜਿਹਦੇ ਲਈ ਕਿ ਰਾਜਸਥਾਨ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਤੇ ਹੁਣ ਅਸੀਂ ਪਹੁੰਚੇ ਹਾਂ ਅੰਜੂ ਭੈਣ ਦੇ ਘਰ, ਜੋ ਕਿ ਹੰਸਰਾਜ ਜੋਸ਼ੀ ਜੀ, ਜੋ ਕਿ ਹਨੂੰਮਾਨਗੜ੍ਹ ਵਾਲੇ, ਉਹਨਾਂ ਦੀ ਸੁਪੁੱਤਰੀ ਹੈ। ਤੇ ਸੂਰਤਗੜ੍ਹ ਪਹੁੰਚ ਕੇ ਅਸੀਂ ਪੀਤੀ ਗਰਮਾ ਗਰਮ ਚਾਹ, ਨਾਲ ਖਾਦੇ ਬਹੁਤ ਸਾਰੇ ਸਵਾਦਿਸ਼ਟ ਪਕਵਾਨ। ਗੱਲਾਂ ਬਾਤਾਂ ਦੇ ਸਿਲਸਿਲੇ ਵੀ ਸ਼ੁਰੂ ਹੋਏ ਤੇ ਪੁਰਾਣੀਆਂ ਭੈਣਾਂ ਇੱਕ ਦੂਜੇ ਨੂੰ ਮਿਲ ਕੇ ਭਾਵੁਕ ਵੀ ਹੋ ਗਈਆਂ। ਸੂਰਤਗੜ੍ਹ ਅੰਜੂ ਤੇ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਭਾਈ ਸਾਹਿਬ ਨਰਿੰਦਰ ਜੀ ਤੇ ਸਾਰਾ ਹੀ ਪਰਿਵਾਰ। ਤੇ ਹੁਣ ਅੱਗੇ ਪੜਾਵ ਹੈਗਾ ਅਨੂਪਗੜ੍ਹ, ਆਓ ਚੱਲਦੇ ਹਾਂ। ਸੂਰਤਗੜ੍ਹ ਤੋਂ ਹੁਣ ਅਸੀਂ ਰਵਾਨਾ ਹੋ ਚੁੱਕੇ ਹਾਂ। ਇੱਥੇ ਬਹੁਤ ਹੀ ਮਾਨ ਸਨਮਾਨ ਸਾਰੇ ਪਰਿਵਾਰ ਵੱਲੋਂ ਸਾਨੂੰ ਮਿਲਿਆ ਤੇ ਹੁਣ ਅਸੀਂ ਜਾ ਰਹੇ ਹਾਂ ਅਨੂਪਗੜ੍ਹ ਤੋਂ ਥੋੜ੍ਹਾ ਅੱਗੇ ਅਟਕੇ, ਯਾਨੀ ਕਿ ਨਵੀਂ ਨੈਤ, ਜਿੱਥੇ ਸਾਡੇ ਮਾਮਾ ਜੀ ਅਤੇ ਉਹਨਾਂ ਦੇ ਪਰਿਵਾਰ ਸਾਡਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਬਈ ਇੱਕ ਗੱਲ ਤਾਂ ਕਹਿਣੀ ਪਊਗੀ, ਪੰਜਾਬ ਤੇ ਹੋਰ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਭੀੜ ਭਾੜ ਭਰੇ ਇਲਾਕੇ ਹੁੰਦੇ ਨੇ, ਲੇਕਿਨ ਰਾਜਸਥਾਨ ਤਾਂ ਦੂਰ ਦੂਰ ਤੱਕ ਬਰਾਨੀ ਇਲਾਕਾ ਤੇ ਖਾਲੀ ਰੇਗਿਸਤਾਨ ਦੇਖਣ ਨੂੰ ਮਿਲ ਰਿਹਾ ਤੇ ਅਨੇਕਾਂ ਪਸ਼ੂਆਂ ਦੇ ਝੁੰਡ, ਭੇਡਾਂ, ਬੱਕਰੀਆਂ, ਗਾਵਾਂ, ਮੱਝਾਂ, ਇਹ ਵੀ ਸੜਕਾਂ ਤੇ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਨੇ। ਤੇ ਗੱਡੀਆਂ ਦੀਆਂ ਵੀ ਤਾਂ ਰੇਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਫਿਰ ਇੱਕ ਦੂਜੇ ਤੋਂ ਅੱਗੇ ਗੱਡੀਆਂ ਕੱਢਣ ਦੀ ਹੋੜ ਲੱਗੀ ਹੋਈ ਹੈ। ਅਸੀਂ ਲਗਭਗ 12 GB 22 GB ਦੇ ਕੋਲ ਪਹੁੰਚ ਗਏ ਹਾਂ ਵਿਜੈਨਗਰ ਦੇ ਨੇੜੇ ਤੇ ਬੜੀ ਜਲਦੀ ਹੀ ਪਹੁੰਚ ਰਹੇ ਹਾਂ ਅਸੀਂ 91 GB ਮੰਮੀ ਦੇ ਪਿੰਡ। ਮਿਲਦੇ ਹਾਂ। ਅਨੂਪਗੜ੍ਹ ਜਾਣ ਲਈ ਐਕਸਾਈਟਡ ਤਾਂ ਸਾਰੇ ਨੇ, ਲੇਕਿਨ ਮੰਮੀ ਦੀ ਐਕਸਾਈਟਮੈਂਟ ਕੁਝ ਵੱਖਰੀ ਹੀ ਦੇਖਣ ਨੂੰ ਮਿਲ ਰਹੀ ਹੈ। ਮੈਂ ਵੀਰਾਂ ਦੇ ਪਿੰਡ ਚੱਲੀ ਆ, ਉੱਥੇ ਮੇਰੇ ਭਤੀਜੇ, ਪਰਿਵਾਰ ਸਾਰੇ। ਬਹੁਤ ਵਧੀਆ ਲੱਗੇਗਾ ਮੈਨੂੰ। ਮੇਰਾ ਪਰਿਵਾਰ ਇਹਨਾਂ ਨੂੰ ਮਿਲੇਗਾ, ਇਹ ਉਹਨਾਂ ਨੂੰ ਮਿਲਣਗੇ, ਬਹੁਤ ਅੱਛਾ ਲੱਗੇਗਾ। 11 12 GB 22 GB
ਜੀਬੀਆਂ ਦੇ ਸਫ਼ਰ ਵੀ ਸ਼ੁਰੂ ਹੋ ਗਏ ਨੇ, ਕਿਉਂਕਿ ਅਨੂਪਗੜ੍ਹ ਤੱਕ ਪਹੁੰਚਦਿਆਂ ਕਾਫੀ ਸਾਰੇ ਇਸ ਤਰ੍ਹਾਂ ਦੇ ਪਿੰਡ ਆਉਂਦੇ ਨੇ। ਡੈਡੀ ਜੀ ਤੁਸੀਂ ਕਿੰਨੇ ਕੁ ਸਾਲ ਬਾਅਦ ਆਪਣੇ ਸਹੁਰੇ ਪਿੰਡ ਚੱਲੇ ਹੋ? 88 ਚ ਗਿਆ ਸੀ ਪਹਿਲੇ, 88 ਤੋਂ ਬਾਅਦ ਹੁਣ ਜਾ ਰਿਹਾ। ਤੇ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਉੱਥੇ ਜਾ ਕੇ? ਬਹੁਤ ਵਧੀਆ ਲੱਗ ਰਿਹਾ, ਵਿਛੜਿਆਂ ਨੂੰ ਮਿਲਾ ਰਹੇ ਹੋ। ਯਾਰ ਮੈਂ ਇੱਕ ਚੀਜ਼ ਬੜੀ ਨੋਟ ਕਰ ਰਿਹਾ ਹਾਂ ਕਿ ਇੱਥੇ ਭੱਠੇ ਬਹੁਤ ਜ਼ਿਆਦਾ ਨੇ। ਮੇਰੇ ਖਿਆਲ ਨਾਲ ਇੰਨੇ ਜ਼ਿਆਦਾ ਭੱਠੇ ਨੇ ਤੇ ਇੱਥੇ ਇੱਟਾਂ ਵੀ ਬਹੁਤ ਸਸਤੀਆਂ ਹੋਣਗੀਆਂ। ਹਾਂ, ਕਦੇ ਲੋੜ ਪਈ ਤਾਂ ਅਸੀਂ ਪੰਜਾਬ ਵੀ ਲੈ ਕੇ ਜਾ ਸਕਦੇ ਹਾਂ ਇੱਥੋਂ ਇੱਟਾਂ, ਕਿਉਂਕਿ ਮੈਨੂੰ ਲੱਗਦਾ ਇੱਥੇ ਕਾਫੀ ਸਸਤੀਆਂ ਹੋਣਗੀਆਂ ਤੇ ਮਜ਼ਬੂਤ ਵੀ ਹੋਣਗੀਆਂ। ਤੇ ਇੱਥੇ ਵੀ ਗਾਈਆਂ ਜਿਹੜੀਆਂ ਹੈਗੀਆਂ ਨਾ ਸੜਕ ਤੇ ਸਾਡਾ ਪਿੱਛਾ ਨਹੀਂ ਛੱਡ ਰਹੀਆਂ। ਪਤਾ ਨਹੀਂ ਕਿਉਂ, ਜਿੱਥੇ ਜਾਂਦੇ ਆ ਗਾਈਆਂ ਹੀ ਗਾਈਆਂ ਆ ਰਹੀਆਂ ਨੇ। ਅਨੂਪਗੜ੍ਹ ਕ੍ਰੋਸ ਕਰ ਚੁੱਕੇ ਹਾਂ ਤੇ 8 ਕੇ ਪਹੁੰਚਣ 'ਚ ਕੁਛ ਹੀ ਮਿੰਟ ਬਾਕੀ ਨੇ। ਇਹ ਜਿਹੜੇ ਕੰਡੇ ਤੁਸੀਂ ਦੇਖ ਰਹੇ ਹੋ ਨਾ, ਇਹ ਹੈਗੇ ਆ ਅਨੂਪਗੜ੍ਹ ਦੇ ਕੰਡੇ। ਤੇ ਅਸੀਂ ਇਸ ਟਾਈਮ ਆ ਪਹੁੰਚੇ ਹਾਂ 8 ਕੇ ਆਪਣੇ ਮਾਮਾ ਜੀ ਦੇ ਪਿੰਡ ਨਵੀਂ ਨਹਿਰ। ਤੇ ਸਾਡੇ ਨਾਲ ਨੇ ਸਾਰਾ ਪਰਿਵਾਰ, ਮੰਮੀ ਜੀ, ਰਮਨ, ਪੰਮੇ, ਇਹਦੇ ਨਾਲ ਹੀ ਅਮਰਤਪਾਲ, ਪ੍ਰੀਤੀ, ਡੈਡੀ, ਕਿਟਨ ਤੇ ਜਸ਼ਨ ਤੇ ਜੀਜਾ ਜੀ, ਸਾਰੇ ਇਕੱਠੇ ਹੋ ਕੇ ਆਏ ਆ ਤੇ ਬਹੁਤ ਹੀ ਚੰਗਾ ਲੱਗ ਰਿਹਾ। ਤੇ ਰੇਗਿਸਤਾਨ ਦੇ ਨਜ਼ਾਰੇ ਲੈ ਰਹੇ ਆ। ਸਭ ਤੋਂ ਵਧੀਆ ਟਿੱਬੇ, ਜਿਹੜੇ ਕਿ ਹਰਲੀਨ ਨੂੰ ਬੜੇ ਪਸੰਦ ਸੀ। ਇਹ ਆ ਗਏ ਅਭੀ ਬੱਚੇ ਰੇਗਿਸਤਾਨ 'ਚ। ਤੇ ਰੇਗਿਸਤਾਨ ਦੇ ਵਿੱਚ ਪਹੁੰਚ ਕੇ ਸਾਰੇ ਹੀ ਬਹੁਤ ਖੁਸ਼ ਨਜ਼ਰ ਆ ਰਹੇ ਨੇ, ਖਾਸ ਕਰਕੇ ਨਿੰਨੀ। ਕਿਹੋ ਜਿਹਾ ਲੱਗ ਰਿਹਾ ਤੈਨੂੰ? ਬਹੁਤ ਵਧੀਆ। ਇੱਧਰ ਵੇਖ। ਅੱਜ ਅਸੀਂ ਪਹੁੰਚੇ ਹਾਂ ਰਾਜਸਥਾਨ ਦੀ ਧਰਤੀ ਤੇ ਮੰਮੀ ਇਹ ਰਾਜਸਥਾਨ ਦੀ ਮਿੱਟੀ, ਇਹ ਮੇਰੇ ਪੇਕਿਆਂ ਦੀ ਮਿੱਟੀ। ਹਰਲੀਨ ਦੀ ਖੁਸ਼ੀ ਤੇ ਮੰਮੀ ਜੀ ਦੀ ਖੁਸ਼ੀ ਦੇਖਦਿਆਂ ਹੀ ਬਣਦੀ ਪਈ ਹੈ ਬਈ। ਜ਼ਿਆਦਾ ਮਿੱਟੀ ਪਿਆਰੀ ਤਾਂ ਨਹੀਂ ਗਈ। ਹਾਂਜੀ, ਕਿਹੋ ਜਿਹਾ ਲੱਗਿਆ? ਬਹੁਤ ਵਧੀਆ। ਬਹੁਤ ਵਧੀਆ। ਕਿਹੋ ਜਿਹਾ ਲੱਗਿਆ? ਬਹੁਤ ਵਧੀਆ। ਸਭ ਬਣਾ ਕੇ ਕੈਮਰਾ ਕਰ ਲੋ ਇੱਧਰ। ਅਸੀਂ ਵੀ ਬੜੇ ਖੁਸ਼ ਹਾਂ।
ਹੁਣ ਮੈਂ ਪਹੁੰਚ ਗਈ ਹਾਂ ਆਪਣੇ ਵੀਰਾਂ ਦੇ ਘਰ। ਤੇ ਮੈਂ ਵੀ ਪਹੁੰਚ ਗਿਆ ਆਪਣੇ ਸਹੁਰਿਆਂ ਦੇ ਘਰ। ਸੋ ਫਾਈਨਲੀ ਲੰਮੇ ਸਫ਼ਰ ਤੋਂ ਬਾਅਦ ਅਸੀਂ ਹੁਣ ਪਹੁੰਚ ਹੀ ਚੁੱਕੇ ਹਾਂ ਅਟਕੇ, ਜਿੱਥੇ ਰਹਿੰਦੇ ਨੇ ਸਾਡੇ ਛੋਟੇ ਮਾਮਾ ਜੀ ਅਤੇ ਵੱਡੇ ਮਾਮਾ ਜੀ ਦੇ ਪਰਿਵਾਰ ਤੇ ਵੱਡੇ ਮਾਮਾ ਜੀ। ਤੇ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਹਾਂ ਛੋਟੇ ਮਾਮਾ ਜੀ ਦੇ ਪੁੱਤਰ ਸੁੱਖੇ ਵੀਰ ਦੇ ਘਰੇ। ਇੱਥੇ ਆਉਂਦਿਆਂ ਹੀ ਅਸੀਂ ਪੀਤੀ ਗਰਮਾ ਗਰਮ ਚਾਹ ਤੇ ਨਾਲ ਖਾਧੀ ਖੋਏ ਵਾਲੀ ਬਰਫੀ ਤੇ ਹੋਰ ਕਈ ਪਕਵਾਨ। ਸੁੱਖੇ ਵੀਰ ਦੇ ਘਰੋਂ ਸ਼ਾਨਦਾਰ ਚਾਹ ਪੀ ਕੇ ਅਸੀਂ ਹੁਣ ਆ ਪਹੁੰਚੇ ਹਾਂ ਵੱਡੇ ਮਾਮਾ ਜੀ ਦੇ ਘਰ, ਜਿੱਥੇ ਹਰਜਿੰਦਰ ਬਣਾ ਰਹੀ ਹੈ ਬਹੁਤ ਹੀ ਗਰਮਾ ਗਰਮ ਸ਼ਾਨਦਾਰ ਚਾਹ। ਤੇ ਇਹ ਹੈ ਜੀ ਪੁਰਾਣੇ ਜ਼ਮਾਨੇ ਦੀ ਪੁਰਾਣੇ ਟ੍ਰੈਂਡ ਵਾਲੀ ਰਸੋਈ, ਜੋ ਕਿ ਮੈਨੂੰ ਬਹੁਤ ਪਸੰਦ ਹੈ, ਜਿਹਦੇ ਵਿੱਚ ਕਿ ਆਪਣੇ ਹੀ ਟ੍ਰੈਡੀਸ਼ਨਲ ਅੰਦਾਜ਼ ਦੇ ਵਿੱਚ ਕਿੰਨੇ ਸੋਹਣੇ ਤਰੀਕੇ ਨਾਲ ਭਾਂਡੇ ਸਜਾ ਕੇ ਰੱਖੇ ਜਾਂਦੇ ਸੀ ਤੇ ਪੁਰਾਣੇ ਸਾਦਗੀ ਵਾਲਾ ਮਾਹੌਲ। ਤੇ ਚੱਲ ਰਹੀਆਂ ਨੇ ਚਾਹ ਦੀਆਂ ਉਡੀਕਾਂ ਤੇ ਹੁਣ ਬਹਿ ਕੇ ਪੀਵਾਂਗੇ ਗਰਮਾ ਗਰਮ ਚਾਹ ਤੇ ਨਾਲੇ ਕਰਾਂਗੇ ਗੱਲਾਂ ਬਾਤਾਂ ਮਾਮਾ ਜੀ ਹੋਰਾਂ ਨਾਲ ਤੇ ਸਾਰੇ ਪਰਿਵਾਰ ਦੇ ਨਾਲ। ਇਹ ਨੇ ਮੇਰੇ ਸਤਿਕਾਰਯੋਗ ਭਾਬੀ ਜੀ ਤੇ ਉਹਨਾਂ ਦਾ ਪਿਆਰਾ ਪਿਆਰਾ ਬੇਟਾ, ਤੇ ਸਾਰੇ ਗਰਮਾ ਗਰਮ ਚਾय ਦਾ ਆਨੰਦ ਲੈ ਰਹੇ ਨੇ, ਨਾਲ ਖਾ ਰਹੇ ਨੇ ਸਵਾਦਿਸ਼ਟ ਪਕਵਾਨ, ਸੋਹਣੇ ਸੋਹਣੇ ਵਿਅੰਜਨ। ਤੇ ਇਹ ਨੇ ਮੇਰੇ ਸਤਿਕਾਰਯੋਗ ਵੱਡੇ ਮਾਮਾ ਜੀ ਸਰਦਾਰ ਮਹਿੰਦਰ ਸਿੰਘ ਜੀ। ਚਾਹ ਪਾਣੀ ਤੋਂ ਫ੍ਰੀ ਹੋ ਕੇ ਅਸੀਂ ਕੀਤੀ ਸ਼ਾਨਦਾਰ ਫੋਟੋਗ੍ਰਾਫੀ ਪੁਰਾਣੇ ਕੱਚੇ ਘਰਾਂ ਦੇ ਵਿੱਚ। ਉਹ ਕੀ ਗੱਲ ਹੈ ਬਈ, ਤੁਸੀਂ ਬੜੇ ਹੈਰਾਨ ਹੋਏ ਪਏ ਹੋ, ਕੀ ਗੱਲ ਕੀ ਹੋ ਗਈ ਹੈ ਬਈ? ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਚੱਕਰ ਕੀ ਹੈ। ਅਰੇ ਕੋਈ ਤਾਂ ਦੱਸੋ।
ਤੇ ਰਾਤ ਹੋ ਚੁੱਕੀ ਹੈ ਤੇ ਹੁਣ ਅਸੀਂ ਆ ਗਏ ਹਾਂ ਵਾਪਸ ਸੁੱਖੇ ਵੀਰ ਦੇ ਘਰੇ ਤੇ ਹੁਣ ਖਾਵਾਂਗੇ ਰਾਤ ਦਾ ਡਿਨਰ ਤੇ ਉਸ ਤੋਂ ਬਾਅਦ ਕਰਾਂਗੇ ਆਰਾਮ। ਨਵੇਂ ਦਿਨ ਦੀ ਸ਼ੁਰੂਆਤ ਹੋਈ, ਸੂਰਜ ਅਜੇ ਮੱਧਮ ਨਿਕਲ ਰਿਹਾ ਹੈ ਤੇ ਬਹੁਤ ਹੀ ਵਧੀਆ ਸ਼ਾਂਤ ਵਾਤਾਵਰਨ, ਮਾਹੌਲ ਬਿਲਕੁਲ ਸ਼ਾਂਤ ਹੈ। ਤੇ ਬੱਚੇ ਜਿਹੜੇ ਕਿ ਬਹੁਤ ਸ਼ਰਾਰਤੀ ਨੇ, ਮੈਨੂੰ ਦੱਸੇ ਬਗੈਰ ਹੀ ਇਕੱਲੇ ਹੀ ਵੀਡੀਓ ਸ਼ੂਟ ਕਰਨ ਚਲੇ ਗਏ ਨੇ ਰੇਗਿਸਤਾਨ ਤੇ ਆਓ ਦੇਖਦੇ ਹਾਂ ਕੀ ਸ਼ਰਾਰਤਾਂ ਕਰ ਰਹੇ ਨੇ ਇਹ। एक चीज तो है, बच्चे मस्ती तो काफी कर रहे हैं रेता ते आके। ਗਾਵਾਂ ਮੱਝਾਂ ਦੀ ਸ਼ੁਰੂਆਤ ਦੇ ਨਾਲ ਹੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਮੇਜਰ ਭਾਜੀ ਦੇ ਘਰ, ਜੋ ਕਿ ਛੋਟੇ ਮਾਮਾ ਜੀ ਪਾਲਾ ਸਿੰਘ ਜੀ ਦੇ ਵੱਡੇ ਬੇਟੇ ਨੇ। ਤੇ ਹੁਣ ਖਾਣੇ ਆ ਗਰਮਾ ਗਰਮ ਖਾਣਾ। ਤੇ ਹੁਣ ਅਸੀਂ ਆ ਪਹੁੰਚੇ ਆ ਮੇਜਰ ਭਾਜੀ ਹੋਰਾਂ ਦੇ ਘਰੇ ਤੇ ਛੱਤ ਤੇ ਚੜ੍ਹ ਕੇ ਫੰਕਸ਼ਨ ਹੋ ਰਿਹਾ ਸੀ। ਤੇ ਇਹ ਜੋ ਇਸ ਪਾਸੇ ਜੋ ਪੁਰਾਣੇ ਕਮਰੇ ਨਜ਼ਰ ਆ ਰਹੇ ਨੇ, ਇੱਥੇ ਮਾਮਾ ਮਾਮੀ ਜੀ ਹੋਰੀ ਰਿਹਾ ਕਰਦੇ ਸੀ ਤੇ ਉਸ ਤੋਂ ਪਰਲੇ ਪਾਸੇ ਹੈ ਸੁੱਖੇ ਭਾਜੀ ਦਾ ਘਰ ਤੇ ਇਹ ਹੈ ਵੱਡੇ ਮਾਮਾ ਜੀ ਦਾ ਘਰ, ਜੋ ਕਿ ਕਾਫੀ ਪੁਰਾਣੇ ਸਮੇਂ ਤੋਂ ਬਣਿਆ ਹੋਇਆ ਹੈ। ਤੇ ਇਹ ਚਾਰੇ ਪਾਸੇ ਪੈੜੀਆਂ ਤੇ ਗੱਲਾਂ ਬਾਤਾਂ ਥੱਲੇ ਚੱਲ ਰਹੀਆਂ ਨੇ ਫੋਨ ਤੇ। ਆ ਰਹੇ ਨੇ ਹੌਲੀ ਹੌਲੀ ਕਰਕੇ ਛੱਤ ਦੇ ਉੱਪਰ ਤੇ ਕਾਫੀ ਮौज ਮਸਤੀ ਦਾ ਮੂਡ ਲੱਗ ਰਿਹਾ ਹੁਣ। ਆ ਸ਼ਾਂਤ ਜਿਹੇ ਮਾਹੌਲ ਦੇ ਵਿੱਚ ਛੱਤ ਤੇ ਚੜ੍ਹ ਕੇ ਇੱਕਦਮ ਆ ਕਿਹੜੀ ਟ੍ਰੇਨ ਬਣਾ ਕੇ ਭਜਾਉਣ ਲੱਗ ਪਏ ਨੇ ਬਈ ਸਾਰੇ। ਇਹ ਵੈਸੇ ਮੈਨੂੰ ਸਮਝ 'ਚ ਨਹੀਂ ਆ ਰਿਹਾ, ਪਰ ਚਲੋ ਕਰਨ ਦੋ ਇੰਜੋਏ। ਉਹ ਇਹ ਕਿਹੋ ਜਿਹੀ ਰੇਲ ਗੱਡੀ ਬਣਾ ਲਈ ਹੈ ਤੁਸੀਂ, ਕਦੇ ਅੱਗੇ ਕਦੇ ਪਿੱਛੇ, ਹੌਲੀ ਹੌਲੀ ਚੱਲੋ ਕਿਤੇ ਚੱਕਰ ਨਾ ਆਉਣੇ ਸ਼ੁਰੂ ਹੋ ਜਾਣ। ਲੈ ਹੁਣੇ ਤਾਂ ਇੰਨੀ ਤੇਜ਼ ਗੱਡੀ ਭਜਾ ਰਹੇ ਸੀ ਤੇ ਹੁਣ ਇੱਕਦਮ ਹੀ ਸਾਰੇ ਸਟੈਚੂ ਬਣ ਗਏ ਨੇ। ਉਹ ਕੀ ਹੋਇਆ, ਕੋਈ ਮੈਨੂੰ ਵੀ ਦੱਸੂਗਾ। ਅਨੂਪਗੜ੍ਹ ਤੋਂ ਚੱਲ ਕੇ ਅਸੀਂ ਪਹੁੰਚੇ ਸੀਗੇ ਮਾਮਾ ਜੀ ਦੇ ਘਰ, ਸਾਰੇ ਪਰਿਵਾਰ ਨੂੰ ਮਿਲੇ ਤੇ ਹੁਣ ਸੁੱਖੇ ਭਾਜੀ ਹੋਰਾਂ ਦੇ ਘਰੋਂ ਆਗਿਆ ਲਈ ਹੈ, ਚਾਲੇ ਪਾਏ ਆ। ਆਓ ਸਾਰਿਆਂ ਨਾਲ ਮਿਲਾ ਦਈਏ ਤੇ ਅਗਲੇ ਪੜਾਅ ਤੇ ਚੱਲੀਏ। ਸਾਰਾ ਪਰਿਵਾਰ ਸਾਡੇ ਨਾਲ ਨੇ, ਸੁੱਖੇ ਭਾਜੀ ਤੇ ਉਹਨਾਂ ਦਾ ਸਾਰਾ ਪਰਿਵਾਰ ਤੇ ਸਾਡੀ ਵੀ ਸਾਰੀ ਫੈਮਿਲੀ। ਸੋ ਇਹਨਾਂ ਦੀਆਂ ਫੈਮਿਲੀ ਦੇ ਵਿੱਚ ਕੁਝ ਹੋਰ ਮੈਂਬਰ ਨੇ ਓਰੇ ਤੇ ਅੱਗੇ ਚੱਲਦੇ ਹਾਂ। ਬਾਏ। ਇਸ ਟਾਈਮ ਅਸੀਂ ਵੱਡੇ ਮਾਮਾ ਜੀ ਕੋਲ ਖਲੋਤੇ ਹਾਂ, ਉਹਨਾਂ ਦੇ ਵੱਡੇ ਬੇਟਾ ਸਾਹਿਬ ਬਗੀਚਾ ਸਿੰਘ ਜੀ ਅਤੇ ਉਹਨਾਂ ਦੀ ਵਾਈਫ ਧਰਮ ਪਤਨੀ ਸਾਡੇ ਸਤਿਕਾਰਯੋਗ ਭਾਬੀ ਜੀ ਤੇ ਉਹਨਾਂ ਦੀ ਬੇਟੀ। ਸੋ ਚਾਲੇ ਪਾਉਂਦੇ ਹਾਂ, ਮਿਲਦੇ ਹਾਂ ਅੱਗੇ ਖੋਖਰਾ ਮਾੜੀ। ਰਸਤੇ ਦੇ ਵਿੱਚ ਇੱਥੇ ਵੀ ਕਾਫੀ ਸਾਰੇ ਟਿੱਬੇ ਰੇਤ ਦੇ ਨਜ਼ਰ ਆ ਰਹੇ ਨੇ। ਸੜਕਾਂ ਕਾਫੀ ਪਤਲੀਆਂ ਬਣ ਗਈਆਂ ਨੇ, ਲੇਕਿਨ ਸ਼ੁਕਰ ਹੈ ਕਿ ਪੱਕੀਆਂ, ਨਹੀਂ ਤਾਂ ਪੁਰਾਣੇ ਸਮੇਂ 'ਚ ਤਾਂ ਸੁਣਿਆ ਇੱਥੇ ਕੱਚੀਆਂ ਹੀ ਹੋਇਆ ਕਰਦੀਆਂ ਸੀ ਸੜਕਾਂ। 8K ਤੋਂ ਰਵਾਨਾ ਹੋ ਕੇ ਹੁਣ ਅਸੀਂ ਜਾ ਰਹੇ ਹਾਂ 91 GB ਲਈ ਤੇ ਫਾਈਨਲੀ 91 GB ਦਾ ਜ਼ਿਕਰ ਕਾਫੀ ਟਾਈਮ ਤੋਂ ਚੱਲ ਰਿਹਾ ਤੇ ਹੁਣ ਤਾਂ ਅੱਜ ਪਹੁੰਚਣਾ ਹੀ ਹੈ ਨਾ।
ਨਵੀਂ ਨਹਿਰ ਨੂੰ ਕ੍ਰੋਸ ਕਰਦਿਆਂ ਹੋਇਆਂ 89 ਜੀਬੀ 90 ਜੀਬੀ ਦੇ ਇਰਦ ਗਿਰਦ ਹੁਣ ਸਾਡੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਤੇ ਬੜੀ ਜਲਦੀ ਹੀ ਅਸੀਂ ਪਹੁੰਚਾਂਗੇ ਸਾਡੀ ਫਾਈਨਲ ਡੈਸਟੀਨੇਸ਼ਨ ਯਾਨੀ 91 ਜੀਬੀ। ਸ਼ਾਂਤ ਵਾਤਾਵਰਨ, ਦੂਰ ਦੂਰ ਤੱਕ ਸ਼ਾਂਤੀ ਵਾਲਾ ਮਾਹੌਲ ਤੇ ਪੁਰਾਣੀਆਂ ਯਾਦਾਂ ਵਾਲੇ ਪੁਰਾਣੇ ਪਿੰਡ ਦੇ ਵਿੱਚ ਸਾਰੇ ਪਹੁੰਚਣ ਹੀ ਵਾਲੇ ਹਨ। ਕਿਹਦੇ ਕੋਲ ਜਾਣਾ? ਮੇਲਾ ਸਿੰਘ ਹੋਣਾ ਦਾ ਘਰ ਹੈ ਨਾ ਉੱਥੇ, ਐਮਐਲਏ ਮੇਲਾ ਸਿੰਘ। ਮੇਲਾ ਸਿੰਘ ਉਹ ਥੋੜਾ ਹਟਮਾ ਯਾਰ, ਬਹੁਤ ਦੂਰ ਹੈਗਾ ਉਹ। ਆ ਚਲੋ ਰੋਡ ਅੱਗੇ ਜਾਈ ਢਾਣੀ ਆਉਗੀ। ਉਹ ਸਾਹਮਣੇ ਕਿਹੜਾ ਹੈ? ਜੇਲੀ ਜਰਨੈਲ ਹੋਣੀ ਹੈ ਹੈ ਉਹ ਢਾਣੀ ਹੈ ਨਾ 91 ਜੀਬੀ। ਹਾਂ ਉਹੀ ਜਾਣਾ। ਠੀਕ ਆ, ਆ ਸਿੱਧੀ ਜਾਓ। ਉਹ ਅੱਗੇ ਆੜੀ ਹੈ ਕਿ ਅੱਗੇ ਜਾ ਕੇ ਪੁੱਛ ਲਓ ਤੇ ਮੋੜ ਢਾਣੀ ਦੇ ਇੱਥੋਂ ਸਿੱਧਾ ਖੋਖਰਾਂ ਨੂੰ ਰਸਤਾ ਜਾਂਦਾ, ਫਿਰ ਬਾਅਦ ਚੋਂ ਖੋਖਰਾਂ ਵਾਲੀ ਨੂੰ। ਉਹ ਖੋਖਰਾਂ ਨੂੰ ਕੋਖਾਂ ਇਹ ਅੱਗੇ ਹੋ ਕੇ ਨਾ ਹਾਂ ਹੋ ਸਕਦਾ ਨਿਕਲ ਜਾਊਗਾ। ਸਿੱਧਾ ਦੇਖੂ ਮੈਂ ਤੁਹਾਨੂੰ ਦੱਸੂਗਾ ਯਾਰ। ਠੀਕ ਹੈ। और इस टाइम किटन पहुंची है 91 ਜੀਬੀ। ਹੁਣ ਅਸੀਂ ਪਹੁੰਚ ਗਏ ਹਾਂ 91 ਜੀਬੀ, ਜੋ ਸਾਡਾ ਇਹ ਬਚਪਨ ਦਾ ਪਿੰਡ। ਅਸੀਂ ਪਹੁੰਚ ਗਏ 91 ਜੀਬੀ 'ਚ ਤੇ ਇੱਥੇ ਭਾਊ ਬਣਸਾ ਸਾਡਾ ਮਾਮੇ ਦਾ ਪੁੱਤਰ ਸੀ, ਉਹਦੀਆਂ ਨੂੰਹਾਂ ਦੇ ਨਾਲ ਬਹਿ ਕੇ ਗੱਲਾਂ ਬਾਤਾਂ ਕਰ ਰਹੇ ਹਾਂ। ਤੇ ਪੁਰਾਣੀਆਂ ਬਚਪਨ ਦੀਆਂ ਯਾਦਾਂ ਦੇ ਵਿੱਚ ਪਹੁੰਚ ਕੇ ਮੰਮੀ ਦੇ ਚਿਹਰੇ ਤੇ ਜੋ ਖੁਸ਼ੀ ਨਜ਼ਰ ਆ ਰਹੀ ਹੈ ਉਹ ਬਿਆਨ ਕਰਨ ਦੀ ਜ਼ਰੂਰਤ ਨਹੀਂ ਹੈ। ਜਿੱਥੇ ਅਸੀਂ ਪੀਤੀ ਗਰਮਾ ਗਰਮ ਚਾਹ ਨਾਲ ਹੀ ਖਾਧੀਆਂ ਘਰ ਦੀਆਂ ਬਣੀਆਂ ਸਵਾਦ ਪਿੰਨੀਆਂ। ਸੋ ਅਸੀਂ ਫਾਈਨਲੀ ਪਹੁੰਚ ਗਏ ਹਾਂ 91 ਜੀਬੀ, ਜਿੱਥੇ ਪੁਰਾਣੀਆਂ ਗੱਲਾਂ ਬਾਤਾਂ ਦੇ ਸਿਲਸਿਲੇ ਸ਼ੁਰੂ ਹੋ ਗਏ ਨੇ ਤੇ ਬਹੁਤ ਹੀ ਵਧੀਆ ਚਾਹ ਪਾਣੀ ਦੇ ਲੰਗਰ ਇੱਥੋਂ ਅਸੀਂ ਛਕੇ ਹਾਂ। ਕਲਚਰ ਪੁਰਾਣਾ ਹੈ ਲੇਕਿਨ ਦਿਲ ਚੰਗੇ ਲੋਕਾਂ ਦੇ। ਸੋ ਅੱਜ ਅਸੀਂ ਆਏ ਸੀ 91 ਜੀਬੀ ਰਾਜਸਥਾਨ 'ਚ ਤੇ ਆ ਮੇਰੇ ਵੀਰ ਬਹੁਤ ਸਤਿਕਾਰਯੋਗ ਮਿਲੇ ਨੇ ਤੇ ਬੜਾ ਚੰਗਾ ਲੱਗਿਆ ਸਾਰੇ ਪਰਿਵਾਰਾਂ ਨਾਲ ਮਿਲ ਕੇ। ਪੁਰਾਣੀਆਂ ਯਾਦਾਂ ਮੰਮੀ ਦੇ ਪਿੰਡ ਦੀਆਂ ਤੇ ਇਹਨਾਂ ਦੇ ਘਰੇ ਹੁਣੇ ਚਾਹ ਪਾਣੀ ਛਕਿਆ, ਬਹੁਤ ਹੀ ਪਿਆਰ ਨਾਲ ਮਿਲਿਆ, ਬਹੁਤ ਹੀ ਵਧੀਆ ਲੱਗਿਆ। ਤੇ ਇਹ ਹੈ ਜੀ 91 ਜੀਬੀ। ਇੱਥੇ ਹੁੰਦਾ ਸੀ ਖਰਾਸ ਬਾਪੂ ਦਾ ਤੇ ਹੁਣ ਫਿਰ ਉਹਨਾਂ ਨੇ ਹਾਂ ਲੰਮੀ ਸੀ ਜਗ੍ਹਾ ਸਾਰੇ ਇੱਕ ਉੱਥੇ ਕਰਾਸ ਬਰਾਬਰ ਉਧਰਲਾ ਸਾਡਾ ਸੀ ਇਧਰਲਾ ਮੇਰੇ ਵੱਡੇ ਭਾਉ। ਕਿੱਥੇ ਆਈ ਨੀਨੀ? ਕਿੱਥੇ ਆਏ ਹੋ? 91 ਜੀ ਵੀ ਆਏ ਆ, ਬਹੁਤ ਖੁਸ਼ੀ ਆ, ਬਹੁਤ ਚੰਗਾ ਲੱਗ ਰਿਹਾ। ਹਾਂਜੀ ਫੁੱਫੜ ਲੱਗਦਾ ਨਾ ਦੱਸ ਕਰਾਣੇ ਨੂੰ ਫੁੱਫੜ ਮੈਂ ਪਰ ਖੇਡਦੀ ਸੀ। ਸੋ 91 ਪਿੰਡ ਦੇ ਵਿੱਚ ਆਏ ਹੋਏ ਆ ਤੇ ਸਾਰੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਹੋਰੀ ਸਾਰੇ ਪਰਿਵਾਰ ਸਾਰੇ ਖਲੋਤੇ ਆ ਤੇ ਬਹੁਤ ਚੰਗਾ ਲੱਗਿਆ ਸਾਰਿਆਂ ਨੂੰ ਮਿਲ ਕੇ, ਬਹੁਤ ਹੀ ਅਦਬ ਸਤਿਕਾਰ ਮਿਲਿਆ। ਗੁਰੂ ਰਾਮਦਾਸ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਤੇ ਸਾਰਿਆਂ ਨੂੰ ਮੇਰੇ ਵੱਲੋਂ ਲਾਈਵ ਸੱਦਾ ਹੈ ਕਿ ਜਦੋਂ ਵੀ ਅੰਮ੍ਰਿਤਸਰ ਆਓ ਸਾਡੇ ਕੋਲ ਜ਼ਰੂਰ ਆਓ। 91 ਦੀ ਢਾਣੀ ਤੋਂ ਵਿਦਾਈ ਲੈਂਦਿਆਂ ਹੀ ਸਾਹਮਣੇ ਇੱਕ ਹੋਰ ਢਾਣੀ ਹੈ ਜਿੱਥੇ ਰਹਿੰਦੇ ਨੇ ਮੰਮੀ ਜੀ ਦੇ ਸਤਿਕਾਰਯੋਗ ਮਾਮਾ ਜੀ, ਮਾਮਾ ਮੇਲਾ ਸਿੰਘ ਜੀ। ਤੇ ਆਓ ਹੁਣ ਆਏ ਉਹਨਾਂ ਦੇ ਘਰੇ ਤੇ ਕਰਦੇ ਹਾਂ ਦਿਲ ਦੀਆਂ ਗੱਲਾਂ।
ਲਓ ਜੀ, ਮਾਮਾ ਮੇਲਾ ਸਿੰਘ ਜੀ ਦੇ ਘਰ ਦੇ ਬੈਕ ਸਾਈਡ 'ਚ ਇਹ ਨੇ ਪੁਰਾਣੀਆਂ ਫਲਸ਼ਾਂ ਤੇ ਉਹਦੇ ਨਾਲ ਹੀ ਹਰੀਆਂ ਭਰੀਆਂ ਫਸਲਾਂ। ਤੇ ਟਿਊਬਵੈੱਲ ਦਾ ਠੰਡਾ ਠੰਡਾ ਪਾਣੀ ਦੇਖ ਕੇ ਹਰਲੀਨ ਤੋਂ ਰਿਹਾ ਨਹੀਂ ਗਿਆ ਤੇ ਨਾਲ ਹੌਲੀ ਹੌਲੀ ਮੰਮੀ ਵੀ ਉੱਥੇ ਪਹੁੰਚ ਗਏ ਤੇ ਖੂਬ ਮਸਤੀ ਕੀਤੀ ਹਰਲੀਨ ਨੇ। ਉਸ ਦੇ ਨਾਲ ਹੀ ਅਸੀਂ ਚੱਲ ਪਏ ਹਾਂ ਸੁਨਸਾਨ ਰਸਤਿਆਂ ਤੇ, ਜੋ ਕਿ ਬਿਲਕੁਲ ਖਾਲੀ ਪਏ ਨੇ। ਰਸਤੇ ਭੀੜੇ ਨੇ ਲੇਕਿਨ ਬੜਾ ਹੀ ਆਨੰਦ ਆ ਰਿਹਾ ਗੱਡੀ ਚਲਾਉਣ ਦਾ। ਤੇ ਹੁਣ ਅਸੀਂ ਪਹੁੰਚ ਗਏ ਹਾਂ ਖੋਖਰਾਂ ਵਾਲੀ। ਤੇ ਖੋਖਰਾਂ ਵਾਲੀ ਅਜੇ ਪਹੁੰਚੇ ਹੀ ਹਾਂ ਤੇ ਗਾਵਾਂ ਨੇ ਫੇਰ ਦੁਬਾਰਾ ਸਾਡਾ ਸਵਾਗਤ ਕਰ ਦਿੱਤਾ ਹੈ, ਜੋ ਕਿ ਤਕਰੀਬਨ ਹਰ ਪਿੰਡ ਦੇ ਵਿੱਚ ਹੁੰਦਾ। ਖੋਖਰਾਂ ਵਾਲੀ ਪਿੰਡ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਤੇ ਉਹਦੇ ਨਾਲ ਹੀ ਹੁਣ ਅਸੀਂ ਆ ਪਹੁੰਚੇ ਹਾਂ ਸਤਿਕਾਰਯੋਗ ਭੂਆ ਜੀ ਦੇ ਘਰ ਦੇ ਵਿੱਚ। ਤੇ ਘਰ ਦੇ ਵਿੱਚ ਐਂਟਰ ਹੁੰਦਿਆਂ ਹੀ ਪਤਾ ਚੱਲ ਰਿਹਾ ਕਿ ਵਾਕਈ ਇਹ ਕਾਰੀਗਰਾਂ ਦਾ ਘਰ ਹੈ ਬਈ। ਲਓ ਜੀ, ਗੱਡੀਆਂ ਖੜੀਆਂ ਕੀਤੀਆਂ ਹੋਈਆਂ ਨੇ ਸਾਡੇ ਲੱਖੇ ਭਾਜੀ ਹੋਰਾਂ ਦੇ ਘਰੇ। ਕੋਈ ਸਮਾਂ ਸੀ ਅੱਜ ਤੋਂ 25 ਸਾਲ ਪਹਿਲਾਂ ਮੈਂ ਇੱਥੇ ਖੋਖਰਾ ਰਹਿ ਕੇ ਗਿਆ ਸੀਗਾ। ਤੇ ਅਗਲੀ ਸਵੇਰ ਹੋ ਗਈ ਹੈ ਤੇ ਹੁਣ ਅਸੀਂ ਪੀਵਾਂਗੇ ਗਰਮਾ ਗਰਮ ਚਾਹ ਤੇ ਨਾਲ ਖਾਵਾਂਗੇ ਸਵਾਦ ਮਿਠਾਈਆਂ ਬਿਸਕੁਟਾਂ ਦੇ ਨਾਲ। ਹਾਂਜੀ ਡੈਡੀ ਜੀ, ਕਿੱਥੇ ਆਏ ਹੋ ਅੱਜ? ਅੱਜ ਆਇਆ ਮੈਂ ਵਿੰਗੇ ਜੇ ਜੀਜੇ ਕੋਲ ਤੇ ਸਾਰੇ ਬੈਠੇ ਐ ਭਾਜੀ। ਹੁਣ ਇੱਕ ਗੁਲਾਬ ਜਾਮਣ ਡਿੱਗ ਪਿਆ ਸੀ ਇਹਨਾਂ ਦਾ ਥੱਲੇ। ਲੈ ਵੀ, ਬੱਚਿਆਂ ਨੂੰ ਤਾਂ ਚੂਪਣ ਲਈ ਗੰਨੇ ਮਿਲ ਗਏ ਨੇ ਤੇ ਦੇਖਦੇ ਆਂ ਪਹਿਲਾਂ ਕੌਣ ਚੂਪਦਾ। ਤੇ ਇੱਧਰ ਰੋਸ਼ਨ ਭਾਜੀ ਵੀ ਗੱਲਾਂ ਦੇ ਵਿੱਚ ਕਾਫੀ ਬਿਜੀ ਲੱਗ ਰਹੇ ਨੇ ਤੇ ਨਾਲ ਹੀ ਆ ਗਏ ਨੇ ਬੂਟੇ ਭਾਜੀ। ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਤੇ ਇਹ ਦੇਖਦੇ ਆ ਪਿੰਡੂ ਬੇਰ ਕੌਣ ਲੈ ਕੇ ਆਇਆ ਬਈ। ਤੇ ਬਚਪਨ ਤੋਂ ਹੀ ਫੁੱਫੜ ਜੀ ਹੋਰਾਂ ਦੀ ਕਾਰੀਗਰੀ ਦੇ ਚਰਚੇ ਅਸੀਂ ਸੁਣਦੇ ਆ ਰਹੇ ਹਾਂ ਤੇ ਅੱਜ ਫਿਰ ਪ੍ਰਤੱਖ ਵੇਖ ਰਹੇ ਹਾਂ ਵੀ ਕਿੰਨੇ ਕਮਾਲ ਦੇ ਕਾਰੀਗਰ ਨੇ ਸਾਡੇ ਫੁੱਫੜ ਜੀ। ਤੇ ਆਹ ਦੇਖੋ ਕਿੰਨੇ ਚਾਵਾਂ ਦੇ ਨਾਲ ਰੋਸ਼ਨ ਭਾਜੀ ਸਾਡੇ ਲਈ ਗੰਨੇ ਲੈ ਕੇ ਆਏ ਨੇ। ਤੇ ਇਹ ਨੇ ਪਿੰਡਾਂ ਦੇ ਪੁਰਾਣੇ ਜੁਗਾੜ, ਜੋ ਕਿ ਕੋਈ ਵੀ ਟੂਲਸ ਨੂੰ ਤਿੱਖਾ ਕਰਨ ਦੇ ਲਈ ਵਰਤੇ ਜਾਂਦੇ ਨੇ। ਇਹ ਹੈ ਪੁਰਾਣਾ ਛਟੀਆਂ ਵਾਲਾ ਮਾਹੌਲ, ਪੁਰਾਣਾ ਪਿੰਡੂ। ਤੇ ਇਹ ਹੈ ਘੜੇ ਤੇ ਇਹ ਪੱਕ ਰਹੇ ਨੇ ਪ੍ਰਸ਼ਾਦੇ ਗਰਮਾ ਗਰਮ, ਜੋ ਕਿ ਸਾਡੇ ਭੂਆ ਜੀ ਬਣਾ ਰਹੇ ਨੇ। ਉਹਦੇ ਨਾਲ ਹੀ ਬੈਠੇ ਨੇ ਸਾਡੇ ਸਤਿਕਾਰਯੋਗ ਭੈਣ ਜੀ ਤੇ ਸਾਰੇ ਵੇਟ ਕਰ ਰਹੇ ਨੇ ਕਿ ਕਦੋਂ ਪ੍ਰਸ਼ਾਦੇ ਪੱਕਣਗੇ ਤੇ ਕਦੋਂ ਖਾਵਾਂਗੇ। ਕੋਈ ਨਹੀਂ ਭਾਈ, ਸਬਰ ਰੱਖੋ, ਹੁਣੇ ਤਿਆਰ ਹੋ ਹੀ ਰਹੇ ਆ। ਤੇ ਇੱਧਰ ਵੀ ਚੱਲ ਰਹੀਆਂ ਨੇ ਤਿਆਰੀਆਂ, ਸੈਲਡ ਤਿਆਰ ਹੋ ਚੁੱਕਿਆ ਹੈ ਤੇ ਦੇਖਦੇ ਹਾਂ ਹੁਣ ਕਿੰਨੀ ਕੁ ਦੇਰ ਹੋਰ ਲੱਗਦੀ ਹੈ।
ਬਈ ਡੈਡੀ ਅੱਜ ਇੰਨੇ ਰੋਬਦਾਰ ਮੂਡ 'ਚ ਕਿਵੇਂ ਨਜ਼ਰ ਆ ਰਹੇ ਨੇ? ਕਮਾਲ ਹੈ, ਬੁਲਟ ਤੇ ਬੈਠੇ ਆ ਬਈ ਅੱਜ ਤਾਂ। ਉਹ ਹਰਲੀਨ ਬਈ, ਬੱਚੀ ਤੋਂ ਇੰਨਾ ਕਿਉਂ ਡਰ ਰਹੀ ਹੈ? ਇਹਨੇ ਕੁਛ ਨਹੀਂ ਕਹਿਣਾ। ਲੈ ਦੱਸੋ। ਤੇ ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ ਤੇ ਸਵਾਦਿਸ਼ਟ ਖਾਣਾ ਬਣ ਕੇ ਸਾਡੇ ਸਾਹਮਣੇ ਆ ਚੁੱਕਿਆ ਹੈ ਤੇ ਹੁਣ ਖਾਣੇ ਹੈ। ਅਸੀਂ ਪਹੁੰਚ ਗਏ ਸੀਗੇ ਖੋਖਰਾਂ ਵਾਲੀ ਤੇ ਸਾਰਾ ਪਰਿਵਾਰ ਸਾਡਾ, ਭਾਜੀ ਹੋਰੀ ਤੇ ਸਾਰਾ ਪਰਿਵਾਰ ਹੁਣ ਇੱਥੋਂ ਅਗਲੇ ਪੜਾਅ ਦੀ ਤਿਆਰੀ ਹੈ, ਪਰ ਕੁਛ ਟਾਈਮ ਅਜੇ ਇੱਥੇ ਹੋ ਰਹਿ ਗਏ। ਤੇ ਇਸ ਦੇ ਨਾਲ ਹੀ ਅਸੀਂ ਆ ਪਹੁੰਚੇ ਹਾਂ ਮੁੱਖੇ ਭਾਜੀ ਦੇ ਘਰ, ਜਿੱਥੇ ਬਣ ਰਹੇ ਨੇ ਗਰਮਾ ਗਰਮ ਪਕੌੜੇ, ਜੋ ਕਿ ਬਣਾ ਰਹੇ ਨੇ ਸਾਡੇ ਸਤਿਕਾਰਯੋਗ ਭਾਬੀ ਜੀ। ਵਾਹ ਬਈ ਵਾਹ। ਇਹਦੇ ਨਾਲ ਹੀ ਇਹ ਬਣ ਰਹੀ ਹੈ ਗਰਮਾ ਗਰਮ ਚਾਹ। ਵਾਹ ਬਈ ਵਾਹ, ਇਹਨਾਂ ਦੇ ਹੱਥ ਦੀ ਚਾਹ ਵੀ ਪੀ ਕੇ ਦੇਖਦੇ ਹਾਂ। ਤੇ ਲਓ ਜੀ, ਇਹਦੇ ਨਾਲ ਹੀ ਸੱਜ ਚੁੱਕੇ ਨੇ ਪਕੌੜੇ ਤੇ ਗਰਮਾ ਗਰਮ ਚਾਹ ਤੇ ਅਨੇਕਾਂ ਪਕਵਾਨ। ਤੇ ਆਓ ਜੀ ਆਨੰਦ ਲਈਏ ਫਿਰ ਚਾਹ ਦਾ। ਉਹ ਭਰਾਵੋ, ਇਹ ਨਾ ਨਾਰਾਜ਼ ਹੋ ਜਾਣ, ਗਧੇ ਬੱਕਰੀਆਂ ਨਾਲ ਵੀ ਸੈਲਫੀ ਇੱਕ ਵੀਡੀਓ ਕੀਤਾ ਜਾਵੇ। ਖੋਖਰਾਂ ਵਾਲੀ ਤੋਂ ਹੁਣ ਵਿਦਾਈ ਹੋਣ ਲੱਗੀ ਸਾਡੀ ਸਾਰੇ ਪਰਿਵਾਰ ਦੀ, ਤੇ ਬੜਾ ਇੱਥੇ ਆਨੰਦ ਮੰਗਲ ਮਾਹੌਲ ਬਣਿਆ ਸਾਰੇ ਪਰਿਵਾਰ ਨਾਲ। ਭੂਆ ਜੀ, ਫੁੱਫੜ ਜੀ, ਉਹਨਾਂ ਦੇ ਬੱਚੇ, ਉਹਨਾਂ ਦੇ ਗਾਂ ਬੱਚੇ, ਸਾਰਿਆਂ ਵੱਲੋਂ ਬਹੁਤ ਪਿਆਰ ਪ੍ਰੇਮ ਮਿਲਿਆ। ਸਾਰਾ ਪਰਿਵਾਰ ਜਿਹੜਾ ਨਾਲ ਖਲੋਤਾ ਤੇ ਬਹੁਤ ਹੀ ਚੰਗਾ ਲੱਗਾ। ਤੇ ਅਸੀਂ ਲਾਈਵ ਦੇ ਵਿੱਚ ਇਹਨਾਂ ਨੂੰ ਸੱਦਾ ਦੇ ਰਹੇ ਹਾਂ ਕਿ ਤੁਸੀਂ ਸਾਡੇ ਕੋਲ ਜਲਦੀ ਤੋਂ ਜਲਦੀ ਜ਼ਰੂਰ ਆਉਣਾ। ਤੇ ਇੱਕ ਸਾਡੇ ਫੁੱਫੜ ਜੀ ਤਾਂ ਰਹਿ ਹੀ ਗਏ, ਜਿਹੜੇ ਕਹਿੰਦੇ ਜਹਾਜ਼ ਚੋਂ ਗਿਫਟ ਲੈ ਕੇ ਆਉਣਾ। ਤੇ ਖੋਖਰਾਂ ਤੋਂ ਵਿਦਾ ਹੋਣ ਵੇਲੇ ਅੰਮ੍ਰਿਤਪਾਲ ਦਾ ਟਾਟਾ ਦਾ ਅੰਦਾਜ਼ ਵੀ ਨਿਰਾਲਾ ਹੀ ਸਹੀ। ਤੇ ਇਸ ਦੇ ਨਾਲ ਹੀ ਗੱਡੀਆਂ ਨੇ ਸਪੀਡਾਂ ਫੇਰ ਦੁਬਾਰਾ ਫੜ ਲਈਆਂ ਨੇ ਤੇ ਸਮੇਜਾ ਕੋਠੀ ਨੂੰ ਕ੍ਰੋਸ ਕੀਤਾ ਜਾ ਰਿਹਾ ਹੈ। ਤੇ ਹੁਣ ਆ ਗਿਆ ਟੋਲ ਨਾਕਾ, ਇੱਥੇ ਥੋੜੀ ਜਿਹੀ ਜੇਬ ਢਿੱਲੀ ਕਰਨੀ ਪਊਗੀ ਹੁਣ। ਤੇ ਇਸ ਦੇ ਨਾਲ ਹੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਗਦ ਸਿੰਘਪੁਰ, ਜਿੱਥੇ ਸਾਡੇ ਭੂਆ ਜੀ ਤੇ ਸਾਰਾ ਪਰਿਵਾਰ ਸਾਡਾ ਇੰਤਜ਼ਾਰ ਕਰ ਰਿਹਾ ਹੈ। ਗਦ ਸਿੰਘਪੁਰ ਪਹੁੰਚ ਚੁੱਕੇ ਹਾਂ ਤੇ ਇਹ ਨੇ ਸਾਡੇ ਸਤਿਕਾਰਯੋਗ ਬਿੰਦਰ ਭੂਆ ਜੀ ਤੇ ਫੁੱਫੜ ਜੀ।
ਤੇ ਇਹ ਨੇ ਗੁਲਾਬ ਸਿੰਘ ਜੀ ਤੇ ਸਾਰੇ ਪਰਿਵਾਰ ਨੂੰ ਮਿਲ ਕੇ ਗੱਲਾਂ ਬਾਤਾਂ ਦੇ ਸਿਲਸਿਲੇ ਸ਼ੁਰੂ ਹੋ ਚੁੱਕੇ ਨੇ। ਤੇ ਲਓ ਜੀ, ਗਰਮਾ ਗਰਮ ਚਾਹ ਬਣ ਕੇ ਆ ਗਈ ਹੈ ਤੇ ਆਓ ਪੀਨੇ ਆ ਗਰਮਾ ਗਰਮ ਚਾਹ ਤੇ ਨਾਲ ਖਾ ਰਹੇ ਕੀ ਕੇਲੇ। ਉਹ ਨਹੀਂ ਜੀ, ਚਾਹ ਨਾਲ ਤਾਂ ਪਕਵਾਨ ਬਹੁਤ ਸਵਾਦ ਸੀਗੇ। ਵਾਹ ਜੀ ਵਾਹ, ਮਟਰ ਪਨੀਰ ਦੀ ਸਬਜ਼ੀ ਤੇ ਨਾਲ ਸਵਾਦਿਸ਼ਟ ਖਾਣਾ, ਕਮਾਲ ਹੋ ਗਈ ਬਈ। ਸੋ ਅਸੀਂ ਆਏ ਹੋਏ ਸੀਗੇ ਗੱਜ ਸਿੰਘਪੁਰ ਭੂਆ ਜੀ ਹੋਰਾਂ ਦੇ ਪਰਿਵਾਰ ਦੇ ਕੋਲ। ਭੂਆ ਜੀ, ਫੁੱਫੜ ਜੀ, ਸਾਰੇ ਪਰਿਵਾਰ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਤੇ ਅਸੀਂ ਹੁਣ ਇੱਥੋਂ ਚਾਲੇ ਪਾਉਣ ਲੱਗੇ ਹਾਂ ਸਾਤੇ ਸਾਡੀ ਭੂਆ ਜੀ ਕੋਲ। ਤੇ ਇਹ ਸਾਡਾ ਸਾਰਾ ਪਰਿਵਾਰ ਤੁਸੀਂ ਦੇਖ ਰਹੇ ਹੋ। ਤੇ ਗੱਜ ਸਿੰਘਪੁਰ ਤੋਂ ਹੁਣ ਬਾਏ ਬਾਏ ਕਰ ਦਿਓ ਜੀ ਸਾਰੇ। ਤੇ ਇਸ ਦੇ ਨਾਲ ਹੀ ਬਿੰਦਰ ਭੂਆ ਜੀ ਤੇ ਸਾਰੇ ਪਰਿਵਾਰ ਨੂੰ ਮਿਲ ਕੇ ਹੁਣ ਅਸੀਂ ਚੱਲ ਪਏ ਹਾਂ ਸਾਤੇ ਲਈ, ਜਿੱਥੇ ਰਹਿੰਦੇ ਨੇ ਸਾਡੇ ਸਤਿਕਾਰਯੋਗ ਵੱਡੇ ਭੂਆ ਜੀ ਮਿੰਦੋ ਭੂਆ। ਗੱਜ ਸਿੰਘਪੁਰ ਤੋਂ ਚੱਲ ਕੇ ਸਾਤੇ ਜਾ ਰਹੇ ਹਾਂ ਤੇ ਰਸਤਾ ਤਾਂ ਬਹੁਤ ਟ੍ਰੈਫਿਕ ਨਾਲ ਭਰਿਆ ਹੋਇਆ ਹੈ। ਸ਼ਾਮਾਂ ਪੈ ਰਹੀਆਂ, ਲੱਗਦਾ ਭੂਆ ਤਾਂ ਹੀ ਪਹੁੰਚਦਿਆਂ ਰਾਤ ਪੈ ਜਾਣੀ ਅੱਜ। ਦ੍ਰਿਸ਼ ਬਹੁਤ ਸ਼ਾਨਦਾਰ ਸੀ ਰਸਤੇ ਦੇ। ਤੇ ਰਾਜਸਥਾਨ ਦੇ ਪਿੰਡਾਂ ਦੇ ਨਾਮ ਵੀ ਵੈਸੇ ਅਜੀਬ ਹੀ ਹੈ। ਸਹਾਰਨਵਾਲਾ, ਪੱਕਾ ਸਹਾਰਨਾ, ਲਾਲਗੜ੍ਹ, ਇਸ ਤਰ੍ਹਾਂ ਦੇ ਕਾਫੀ ਸਾਰੇ ਪਿੰਡ ਰਾਜਸਥਾਨ ਦੇ ਵਿੱਚ ਹੈਗੇ ਨੇ। ਤੇ ਹੁਣ 9A ਨੂੰ ਕ੍ਰੋਸ ਕਰ ਰਹੇ ਹਾਂ ਤੇ ਛੇਤੀ ਹੀ ਪਹੁੰਚਾਂਗੇ ਸਾਤੇ। ਇੱਥੇ ਹੁਣ ਸਾਨੂੰ ਪੈਣਗੀਆਂ ਪਿਆਰ ਦੀਆਂ ਝਿੜਕਾਂ। ਤੇ ਇਸ ਦੇ ਨਾਲ ਹੀ ਸਾਤੇ ਤਾਂ ਪਹੁੰਚ ਗਏ ਆ ਤੇ ਸਾਡੇ ਵੱਡੇ ਭੂਆ ਜੀ ਇਹ ਕੀ ਕਰ ਰਹੇ ਨੇ, ਮੈਨੂੰ ਕਹਿੰਦੇ ਤੇਰੇ ਨਾਲ ਗੱਲ ਹੀ ਨਹੀਂ ਕਰਨੀ। ਤੇ ਮੈਂ ਕਹਿ ਰਿਹਾ ਵੀ ਮੈਂ ਹੀ ਤਾਂ ਲੈ ਕੇ ਆਇਆ ਸਾਰਿਆਂ ਨੂੰ। ਇਹਨਾਂ ਦਾ ਵੀ ਪਿਆਰ ਕਰਨ ਦਾ ਵੱਖਰਾ ਹੀ ਅੰਦਾਜ਼ ਹੈ ਬਈ। ਇਹਨਾਂ ਦਾ ਹੱਕ ਬਣਦਾ ਕਿਉਂਕਿ ਕਾਫੀ ਲੰਮੇ ਸਮੇਂ ਬਾਅਦ ਇਹਨਾਂ ਕੋਲ ਆਏ ਹਾਂ। ਲਓ ਜੀ, ਭੂਆ ਜੀ ਨੇ ਆਪਣੇ ਪਿਆਰੇ ਜਿਹੇ ਅੰਦਾਜ਼ ਦੇ ਵਿੱਚ ਜਿੱਥੇ ਸਾਨੂੰ ਝਿੜਕਾਂ ਮਾਰੀਆਂ ਤੇ ਨਾਲ ਹੀ ਪਿਆਰ ਵੀ ਰੱਜ ਕੇ ਕੀਤਾ ਤੇ ਘਰ ਦੇ ਵਿੱਚ ਐਂਟਰ ਹੁਣ ਹੋਣ ਲੱਗੇ ਆ ਤੇ ਗਲੇ ਮਿਲ ਕੇ ਸਭ ਦਾ ਭਰਵਾਂ ਸਵਾਗਤ ਕੀਤਾ ਭੂਆ ਜੀ ਨੇ। ਲਓ ਜੀ, ਘਰ ਦੇ ਅੰਦਰ ਆ ਪਹੁੰਚੇ ਹਾਂ ਤੇ ਇਹ ਨੇ ਸਾਡੇ ਵੱਡੇ ਫੁੱਫੜ ਜੀ ਸਰਦਾਰ ਸੁਖਦੇਵ ਸਿੰਘ ਜੀ। ਲੋ ਜੀ, ਲੱਗਦਾ ਹੈ ਪਾਪਾ ਜੀ ਨੇ ਵੀ ਆਪਣੀ ਭੂਆ ਨੂੰ ਮਨਾ ਹੀ ਲਿਆ ਹੈ। ਬਈ ਇੱਕ ਗੱਲ ਹੈ, ਭੂਆ ਜੀ ਨੇ ਪਿਆਰ ਵੀ ਬਹੁਤ ਕੀਤਾ ਤੇ ਗਿਲੇ ਸ਼ਿਕਵੇ ਵੀ ਬਹੁਤ ਕੀਤੇ ਤੇ ਚਲੋ ਅਖੀਰੀ
ਗਲੇ ਨਾਲ ਲਾ ਹੀ ਲਿਆ। ਤੇ ਮੈਨੂੰ ਵੀ ਆਪਣੇ ਬਚਪਨ ਦੇ ਦਿਨ ਚੇਤੇ ਆ ਗਏ ਜਦੋਂ ਅਸੀਂ ਭੂਆ ਜੀ ਹੋਰਾਂ ਕੋਲ ਛੁੱਟੀਆਂ ਕੱਟਣ ਆਇਆ ਕਰਦੇ ਸੀ। ਜ਼ਿੰਦਗੀ ਕਿਸ ਤਰ੍ਹਾਂ ਬੀਤ ਗਈ। ਭੂਆ ਜੀ ਇੰਨੇ ਬਜ਼ੁਰਗ ਹੋ ਗਏ ਨੇ, ਲੇਕਿਨ ਅੱਜ ਵੀ ਉਹੀ ਪਿਆਰ, ਉਹੀ ਪੁਰਾਣੀਆਂ ਗੱਲਾਂ, ਪੁਰਾਣੀਆਂ ਯਾਦਾਂ। ਓਹੋ ਬਈ, ਤੁਸੀਂ ਹੈਰਾਨ ਨਾ ਹੋਇਓ, ਮੈਂ ਝਾੜੂ ਨਹੀਂ ਫੇਰ ਰਿਹਾ। ਇਹ ਤਾਂ ਮੈਂ ਕੱਚ ਇਕੱਠਾ ਕਰ ਰਿਹਾ ਕਿਉਂਕਿ ਇੱਕ ਬਲਬ ਟੁੱਟ ਕੇ ਡਿੱਗ ਪਿਆ ਸੀ। ਨਹੀਂ ਨਾ ਨਹੀਂ ਉਹ ਪਾਣੀ ਹੋ ਗਿਆ ਕਰਦੀ ਆ ਬੱਕਰ ਮਾਰ ਕੇ ਕਿਹੜੀ ਚੀਜ਼ ਚਾਹੀਦੀ ਹੁੰਦਾ ਨੂੰ ਖਾਣ ਨੂੰ ਜਾ ਕੇ ਦੇਵਾਂ। ਮੈਨੂੰ ਕੁਝ ਨਹੀਂ ਚਾਹੀਦਾ ਇਹਨੂੰ ਨਾ ਜਰਾ ਕੇ ਉੱਤੇ ਝਾਮਾ ਝੂਕਾ ਮੇਰੇ ਦਰਸ਼ਨ ਨਹੀਂ ਕਰਦੇ। ਉਹ ਵੀ ਢਿੱਡ ਜਿਹੜਾ ਖਾਲੀ ਕੁੰਡਾ ਰੜੂਗਾ ਉਹ ਚ ਵੀ ਪਾ ਕੋ ਇਹਨਾਂ ਹੁੰਦਾ ਉਹ ਇਹਨੂੰ ਦਰਸ਼ਨ ਵੀ ਆਉਣਗੇ ਤੇ ਇਹ ਵੀ ਆਉਣਗੇ। ਇਹ ਨਾ ਬਈ ਇਹਨੂੰ ਕਹਿੰਦੇ ਆ ਪੁਰਾਣਾ ਕਲਚਰ। ਚੁੱਲ੍ਹੇ ਦੇ ਵਿੱਚ ਫੂਕਣੀ ਨਾਲ ਫੂਕਾਂ ਮਾਰ-ਮਾਰ ਕੇ ਜਿਹੜਾ ਪਾਣੀ ਗਰਮ ਕਰਨ ਦਾ ਆਨੰਦ ਹੈ, ਉਹ ਤਾਂ ਵੱਖਰਾ ਹੀ ਹੋਇਆ ਕਰਦਾ ਹੈ। ਵਾਹ, ਬੇਰੀ ਵੀ ਬੇਰਾਂ ਦੇ ਨਾਲ ਭਰੀ ਪਈ ਹੈ। ਪੁਰਾਣੇ ਬਚਪਨ ਦੇ ਦਿਨ ਚੇਤੇ ਆ ਗਏ ਇਹਨਾਂ ਨੂੰ ਦੇਖ ਕੇ। ਸੱਜਰੀ ਸਵੇਰ ਹੋ ਚੁੱਕੀ ਹੈ, ਸੂਰਜ ਵੀ ਮੱਧਮ ਨਿਕਲ ਚੁੱਕਾ ਹੈ ਤੇ ਅਸੀਂ ਵੀ ਜਰਾ ਵੀਡੀਓਗ੍ਰਾਫੀ ਦੀ ਕਾਰੀਗਰੀ ਦਿਖਾ ਦਈਏ। ਨਾਲ ਪੁਰਾਣਾ ਕਲਚਰ ਨਲਕਾ ਤੇ ਦੂਰ ਦੂਰ ਤੱਕ ਪਿੰਡ ਦੇ ਵਿੱਚ ਹਰਿਆਵਲ ਨਜ਼ਰ ਆ ਰਹੀ ਹੈ। ਇੱਧਰ ਵੀ ਦੇਖੋ, ਨਾਸ਼ਤੇ ਕੀਤੇ ਜਾ ਰਹੇ ਨੇ ਫਟਾਫਟ। ਜਸ਼ਨ, ਅੰਮ੍ਰਿਤਪਾਲ ਸਿੰਘ ਤੇ ਮੰਮੀ ਜੀ ਪਤਾ ਨਹੀਂ ਕਿਹੜੀਆਂ ਵਿਚਾਰਾਂ ਸਾਂਝੀਆਂ ਕਰ ਰਹੇ ਆ। ਉਹ ਭਾਈ, ਇਹਨੂੰ ਕੀ ਹੋਇਆ ਏ? ਇਹ ਵੀ ਵੱਖਰੀ ਟੋਰ ਮਾਰੀ ਜਾਂਦੇ ਪਏ ਐ। ਇਹ ਬੜਾ ਮਹਾਰਾਣਾ ਪ੍ਰਤਾਪ ਬਣਿਆ ਪਿਆ ਏ। ਲੱਗਦਾ ਇੱਥੇ ਆ ਕੇ ਸਾਰਿਆਂ ਨੂੰ ਐਕਟਿੰਗ ਦਾ ਸ਼ੌਕ ਹੋ ਗਿਆ ਏ। ਵੈਸੇ ਐਕਟਿੰਗ ਵੀ ਸਾਰੇ ਪਰਫੈਕਟ ਕਰ ਰਹੇ ਐ। ਵੇਖੋ ਕਿਸ ਤਰ੍ਹਾਂ ਕੰਧ ਤੇ ਚੜ ਕੇ ਟੋਰ ਮਾਰੀ ਜਾ ਰਹੀ ਹੈ। ਹਾਂ ਬਈ ਗੰਗਾਨਗਰ ਵਾਲਿਓ, ਸਾਰੇ ਰਿਸ਼ਤੇਦਾਰਾਂ ਨੂੰ ਮੈਂ ਕਹਿ ਰਿਹਾ, ਮੈਂ ਬੜੀ ਜਲਦੀ ਤੁਹਾਡੇ ਕੋਲ ਆ ਰਿਹਾ। ਅੰਬੀਆਂ ਦਾ ਅਚਾਰ ਕੱਟ ਕੇ ਦੇ ਕੇ ਜਾਊਂਗਾ ਤੁਹਾਨੂੰ। ਲਓ ਜੀ, ਮੰਮੀ ਜੀ ਨੇ ਵੀ ਘਰ ਦੀਆਂ ਸਫਾਈਆਂ ਮੁਕੰਮਲ ਕਰ ਦਿੱਤੀਆਂ ਨੇ ਤੇ ਇੱਧਰ ਵੀ ਸਫਾਈਆਂ ਚੱਲ ਰਹੀਆਂ ਨੇ। ਉਹ ਤਾਂ ਝੂਠ ਲਾਉਂਦੀ ਆ ਤੇ ਆ ਵਿੱਚ ਪਾਤੀ ਨਾ ਦਾਲ ਵਾਲਾ ਕੁੰਤੀ ਨਾਲ ਪਾਤਾ। ਆ ਵੇਖ ਝੂਠਾ ਪਾਣੀ ਵਿੱਚ ਦੇ। ਆ ਵੇਖ ਬਈ ਸਫਾਈਆਂ ਤਾਂ ਵਧੀਆ ਹੋ ਰਹੀਆਂ ਸੀ, ਲੇਕਿਨ ਭੂਆ ਜੀ ਨੂੰ ਹਰ ਇੱਕ ਦਾ ਕੰਮ ਕੀਤਾ ਪਸੰਦ ਨਹੀਂ ਆਉਂਦਾ। ਸੋ ਕੱਲ ਦੇ ਅਸੀਂ ਸਾਤੇ ਪਹੁੰਚੇ ਹੋਏ ਸੀਗੇ, ਸਾਤੇ ਮਿਲੇ ਸੀ ਭੂਆ ਜੀ, ਫੁੱਫੜ ਜੀ। ਬਹੁਤ ਹੀ ਚੰਗਾ ਲੱਗਿਆ ਸਾਰੇ ਪਰਿਵਾਰ ਨੂੰ ਇਹਨਾਂ ਨੂੰ ਮਿਲ ਕੇ। ਵੱਡੀਆਂ ਵੱਡੀਆਂ ਉਮਰਾਂ ਹੋਣ ਮੇਰੇ। ਦੇਖੋ ਸੋਹਣੇ ਕਿੰਨੇ ਲੱਗ ਰਹੇ ਸਾਡੇ ਭੂਆ ਫੁੱਫੜ ਜੀ। ਤੇ ਇਹਨਾਂ ਨੂੰ ਮਿਲੇ ਆ ਤੇ ਹੁਣ ਅੱਗੇ ਚਾਲੇ ਪਾ ਰਹੇ ਆ ਗੰਗਾਨਗਰ ਤੇ ਉੱਥੇ ਵੀ ਸਾਰਿਆਂ ਨੂੰ ਮਿਲਾਂਗੇ।
ਤੇ ਇਹ ਸਾਡਾ ਪੁਰਾਣਾ ਪਿੰਡ ਵਾਲੀਆਂ ਯਾਦਾਂ ਵਾਲਾ ਘਰ। ਇੱਥੇ ਅਸੀਂ ਬਹੁਤ ਸਮਾਂ ਰਹਿੰਦੇ ਰਹੇ ਤੇ ਇਹ ਹੈਗਾ ਸਾਤੇ ਪਿੰਡ ਗੰਗਾਨਗਰ ਦੇ ਕੋਲ। ਸੋ ਆਓ ਹੁਣ ਚੱਲਦੇ ਹਾਂ ਅੱਗੇ। ਤੇ ਇਸ ਦੇ ਨਾਲ ਹੀ ਸਾਤੇ ਤੋਂ ਚੱਲ ਪਏ ਹਾਂ ਤੇ ਹੁਣ ਅਸੀਂ ਪਹੁੰਚਾਂਗੇ ਪ੍ਰੀਤੋ ਭੂਆ ਜੀ ਹੋਰਾਂ ਕੋਲ, ਜਿੱਥੇ ਕਿ ਸਾਰਾ ਪਰਿਵਾਰ ਸਾਡੀ ਵੇਟ ਕਰ ਰਿਹਾ ਹੈ। ਹੁਣ ਅਸੀਂ ਆ ਪਹੁੰਚੇ ਹਾਂ ਪ੍ਰੀਤੋ ਭੈਣ ਜੀ ਦੇ ਘਰੇ ਤੇ ਗੱਲਾਂ ਬਾਤਾਂ ਸ਼ੁਰੂ ਹੋ ਚੁੱਕੀਆਂ ਨੇ। ਸੋ ਗੰਗਾਨਗਰ ਅਸੀਂ ਸਾਰੇ ਆਏ ਹੋਏ ਸੀ ਤੇ ਇੱਥੇ ਸਾਨੂੰ ਮਿਲੇ ਜੋਗਿੰਦਰ ਭੂਆ ਜੀ, ਜੋ ਕਿ ਮਟੀਲੀ ਤੋਂ ਚੱਲ ਕੇ ਇੱਥੇ ਇੱਕ ਵਿਆਹ ਅਟੈਂਡ ਕਰਨ ਆਏ ਸੀ। ਗੰਗਾਨਗਰ ਆ ਕੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਬੈਠ ਗਏ ਨੇ ਤੇ ਇੱਕ ਬਹੁਤ ਹੀ ਚੰਗੀ ਗੱਲ, ਸਾਡੀਆਂ 3 ਭੂਆ ਜੀ, ਮੇਰੇ ਚਾਚਾ ਜੀ, ਮੇਰੇ ਫੁੱਫੜ ਜੀ, ਮੰਮੀ ਡੈਡੀ, ਸਾਰਾ ਪਰਿਵਾਰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠੇ ਨੇ, ਜੋ ਕਿ ਦੇਖ ਕੇ ਮਨ ਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ। ਸਤਿਕਾਰਯੋਗ ਪ੍ਰੀਤੋ ਭੂਆ ਜੀ, ਜਿਨ੍ਹਾਂ ਦੇ ਨਾਲ ਇੱਥੇ ਰਹਿੰਦੇ ਨੇ ਸਾਰਾ ਪਰਿਵਾਰ, ਭੂਪੀ ਭਾਜੀ, ਚੱਪੂ ਭਾਜੀ ਤੇ ਉਹਨਾਂ ਦਾ ਸਾਰਾ ਪਰਿਵਾਰ। ਤੇ ਇਸ ਦੇ ਨਾਲ ਹੀ ਅਸੀਂ ਛਕਿਆ ਸਵਾਦਿਸ਼ਟ ਖਾਣਾ। ਸੋ ਗੰਗਾਨਗਰ ਆਏ ਹੋਏ ਸੀ ਫੁੱਫੜ ਜੀ ਹੋਰਾਂ ਕੋਲ, ਸਾਰੇ ਪਰਿਵਾਰ ਕੋਲ। ਬੜਾ ਚੰਗਾ ਲੱਗਿਆ ਸਾਰਿਆਂ ਨੂੰ ਮਿਲ ਕੇ। ਤੇ ਹੁਣ ਇੱਥੋਂ ਅੱਗੇ ਜਾ ਰਹੇ ਹਾਂ ਕਾਲੀਆਂਵਾੜੀ। ਸਾਰੇ ਵੇਟ ਕਰ ਰਹੇ ਹੈ। ਓਕੇ ਜੀ, ਬਾਏ ਬਾਏ। ਤੇ ਇਸ ਦੇ ਨਾਲ ਹੀ ਅਸੀਂ ਪਹੁੰਚ ਚੁੱਕੇ ਹਾਂ ਭੂਆ ਜੀ ਦੀ ਬੇਟੀ ਭੋਲੀ ਭੈਣ ਕੋਲ, ਜਿੱਥੇ ਅਸੀਂ ਛਕਾਂਗੇ ਗਰਮਾ ਗਰਮ ਚਾਹ। ਸੋ ਅਸੀਂ ਆਏ ਹੋਏ ਸੀ ਹੁਣੇ ਗੰਗਾਨਗਰ ਦੇ ਵਿੱਚ ਪ੍ਰੀਤੋ ਭੂਆ ਜੀ ਨੂੰ ਮਿਲ ਕੇ ਆਏ ਸੀਗੇ ਭੋਲੀ ਭੈਣ ਜੀ ਕੋਲ। ਤੇ ਸਾਰਾ ਪਰਿਵਾਰ ਅੱਜ ਇੱਥੋਂ ਮਿਲ ਗਿਲ ਕੇ ਚਾਹ ਪਾਣੀ ਪੀਤਾ, ਬਹੁਤ ਪਿਆਰ ਸਤਿਕਾਰ ਮਿਲਿਆ ਸਾਰਾ ਕੋਲੋਂ। ਤੇ ਆਹ ਦੇਖੋ ਸਾਰਾ ਪਰਿਵਾਰ ਹੁਣ ਇੱਥੋਂ ਹੀ ਵਿਦਾਇਗੀ ਲੈਂਦੇ ਆ। ਤੇ ਉਹ ਬੈਠੇ ਸਾਡੇ ਭੂਆ ਜੀ ਸਵੇਰ ਦੇ ਚਾਹ ਹੀ ਪੀਵੀ ਜਾਂਦੇ ਆ। ਤੇ ਹੁਣ ਲੈਂਦੇ ਇੱਥੋਂ ਵਿਦਾਇਗੀ, ਕਿਉਂਕਿ ਅੱਗੇ ਬਹੁਤ ਥਾਵਾਂ ਤੇ ਹੋਰ ਜਾਣਾ। ਬਾਏ। ਤੇ ਅਸੀਂ ਆਏ ਹੋਏ ਸੀਗੇ ਦੀਪੇ ਭਾਜੀ ਹੋਰਾਂ ਦੇ ਘਰ ਤੇ ਇਹਨਾਂ ਨੂੰ ਮਿਲ ਕੇ ਸਾਨੂੰ ਬਹੁਤ ਹੀ ਚੰਗਾ ਲੱਗਿਆ ਤੇ ਬਹੁਤ ਹੀ ਵਧੀਆ ਸ਼ਾਨਦਾਰ ਆਲੂਆਂ ਦੇ ਖਾਧੇ ਪਰੌਂਠੇ ਤੇ ਗਰਮਾ ਗਰਮ ਪੀਤੀ ਅਸੀਂ ਚਾਹ ਤੇ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ। ਤੇ ਮਿਲਦੇ ਹਾਂ ਅਗਲੇ ਪੜਾਵ ਤੇ। ਸੜਕਾਂ ਤਾਂ ਠੀਕ ਠਾਕ ਬਣੀਆਂ ਹੋਈਆਂ ਨੇ, ਲੇਕਿਨ ਥੋੜ੍ਹੀਆਂ ਕੰਜਸਟਡ ਨੇ, ਇਸ ਕਰਕੇ ਟ੍ਰੈਫਿਕ ਅਜੇ ਵੀ ਕਾਫੀ ਜ਼ਿਆਦਾ ਹੈਗਾ।
ਇਸ ਦੇ ਨਾਲ ਹੀ ਅਸੀਂ ਪਹੁੰਚ ਚੁੱਕੇ ਹਾਂ ਕਾਲੀਆਂਵਾੜੀ, ਜਿੱਥੇ ਪੀਤੀ ਗਰਮਾ ਗਰਮ ਚਾਹ ਤੇ ਨਾਲ ਖਾਦੇ ਸਵਾਦਿਸ਼ਟ ਸਨੈਕਸ। ਤੇ ਹੁਣ ਅਸੀਂ ਆ ਪਹੁੰਚੇ ਹਾਂ ਪਾਲੋ ਮਾਸੀ ਜੀ ਦੀ ਪੋਤਰੀ ਦੇ ਘਰੇ, ਯਾਨੀ ਕਿ ਜੋਤੀ ਦੇ ਘਰੇ। ਉੱਥੇ ਵੀ ਪੀਤੀ ਅਸੀਂ ਗਰਮਾ ਗਰਮ ਚਾਹ। ਉਹ ਹੁਣ ਇਹ ਕੀ ਹੈ ਬਈ, ਇਹਨੂੰ ਕੀ ਚਾਹੀਦਾ ਹੈ? ਹਰਲੀਨ ਵੀ ਕਾਫੀ ਫਨੀ ਮੂਡ 'ਚ ਨਜ਼ਰ ਆ ਰਹੀ ਹੈ। ਕਿਹਦੀ ਐਕਟਿੰਗ ਕਰ ਰਹੀ ਹੈ? ਇਹ ਜਸ਼ਨ ਕੀ ਪੰਗੇ ਜੇ ਲੈ ਰਿਹਾ ਹੁਣ? ਲੈ ਬੋਲ ਕਾਲੀਆਂ ਦੇ ਵਿੱਚ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਗਰਮਾ ਗਰਮ ਸਬਜ਼ੀਆਂ ਦੀ ਪ੍ਰਿਪਰੇਸ਼ਨ ਹੋ ਰਹੀ ਹੈ ਤੇ ਦੂਜੇ ਪਾਸੇ ਬਣ ਰਹੀ ਹੈ ਚਾਹ। ਗੰਗਾ ਨਗਰ ਤੋਂ ਪ੍ਰੀਤਮ ਚਾਚਾ ਜੀ ਵੀ ਸਾਡੇ ਕੋਲ ਹੁਣ ਆ ਪਹੁੰਚੇ ਨੇ। ਤੇ ਇਸ ਦੇ ਨਾਲ ਹੀ ਸਾਡੇ ਚਾਚਾ ਜੀ ਨੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸੁਣਾ ਕੇ ਸਾਨੂੰ ਬਹੁਤ ਹਸਾਇਆ। ਸੋ ਅਸੀਂ ਆਏ ਹੋਏ ਸੀਗੇ ਕਾਲੀਆਂਵਾਲੀ। ਅਸੀਂ 2 ਭੂਆ ਜੀ ਦੇ ਪਰਿਵਾਰ ਸੀਗੇ ਇੱਥੇ, ਤੇ ਭਿੰਦੇ ਭਾਈ ਜੀ ਕੋਲ ਉਹਨਾਂ ਦੀ ਵਾਈਫ, ਸਾਡੇ ਭਾਬੀ ਜੀ, ਸਾਰਾ ਪਰਿਵਾਰ। ਅਸੀਂ ਹੁਣ ਇੱਥੋਂ ਵਿਦਾਇਗੀ ਲੈਣ ਲੱਗੇ ਹਾਂ। ਅਸੀਂ ਇੱਥੋਂ ਜਾਵਾਂਗੇ ਮੁਕਤਸਰ ਸਾਹਿਬ। ਸੋ ਮਿਲਦੇ ਹਾਂ ਅੱਗੇ। ਸੋ ਕਾਲੀਆਂ ਆਏ ਹੋਏ ਸੀਗੇ ਸਾਰੇ ਪਰਿਵਾਰਾਂ ਨੂੰ, ਭੂਆ ਜੀ, ਫੁੱਫੜ ਜੀ ਹੋਰੇ, ਤੇ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਤੇ ਲੰਗਰ ਪ੍ਰਸ਼ਾਦੇ ਛਕੇ, ਬਹੁਤ ਪਿਆਰ ਮਾਣ ਸਤਿਕਾਰ ਮਿਲਿਆ। ਤੇ ਇੱਥੋਂ ਹੀ ਸਾਡਾ ਰਾਜਸਥਾਨ ਦਾ ਜਿਹੜਾ ਟ੍ਰਿਪ ਹੈਗਾ, ਸਾਡਾ ਟੂਰ ਹੈ, ਸਮਾਪਤ ਹੁੰਦਾ। ਸਾਡਾ ਜੀਜਾ ਜੀ ਦਾ ਪਰਿਵਾਰ ਜਿਹੜਾ ਹੈਗਾ, ਭੈਣ ਜੀ ਹੋਰਾਂ ਦਾ ਪਰਿਵਾਰ, ਇੱਥੋਂ ਹੁਣ ਵਾਪਸ ਚਾਲੇ ਪਾਉਣਗੇ ਹਰਿਆਣੇ ਨੂੰ, ਤੇ ਅਸੀਂ ਇੱਥੋਂ ਜਾਵਾਂਗੇ ਅੱਗੇ ਫਿਰੋਜ਼ਪੁਰ ਨੂੰ। ਸੋ ਆਓ ਤੁਹਾਨੂੰ ਰੂਬਰੂ ਕਰਾ ਦਈਏ ਸਾਰੇ ਪਰਿਵਾਰ ਦੇ ਨਾਲ। ਭਿੰਦਾ ਭਾਜੀ ਉਧਰਲੇ ਪਾਸੇ ਹੈ, ਨਹੀਂ ਤੇ ਉਹਨਾਂ ਨੇ ਵੀ ਖਲੋਤੇ ਹੋਣਾ ਸੀ। ਇਹ ਭਾਬੀ ਜੀ ਖਲੋਤੇ ਸਾਡੇ ਨਾਲ, ਤੇ ਸਾਰੇ ਪਰਿਵਾਰ ਨੂੰ ਮਿਲੇ ਤੇ ਬਹੁਤ ਚੰਗਾ ਲੱਗਿਆ। ਬਾਏ ਬਾਏ ਬਾਏ। ਇਹ ਗੋਗਾ ਭੂਆ ਜੀ ਦੇ ਘਰੋਂ ਇੰਨੀ ਸਪੀਡ ਨਾਲ ਸਾਰੇ ਕਿਉਂ ਨਿਕਲ ਰਹੇ ਬਈ? ਕਿੱਥੇ ਜਾ ਰਹੇ ਹੈ? ਅੱਛਾ ਲੱਗਦਾ ਭਿੰਦੇ ਭਾਜੀ ਦੇ ਘਰੇ ਚੱਲੇ ਆ। ਚਲੋ ਫਿਰ ਚੱਲਦੇ ਆ ਸਲੋ ਮੋਸ਼ਨ 'ਚ। ਤੇ ਕਾਲੀਆਂ ਪਿੰਡ ਦੇ ਵਿੱਚ ਗੋਰੇ ਵੀਰ ਨੇ ਵੀ ਸਾਨੂੰ ਅੱਛੀ ਖਾਸੀ ਸੈਰ ਕਰਵਾਈ। ਬਈ ਇੱਕ ਗੱਲ ਤਾਂ ਕਹਿਣੀ ਪਊਗੀ, ਕਾਲੀਆਂ ਵਾਲੇ ਪਿੰਡ ਆ ਕੇ ਵੀ ਸਾਨੂੰ ਸਭ ਨੂੰ ਬਹੁਤ ਚੰਗਾ ਲੱਗਿਆ। ਬੜੇ ਹੀ ਲੰਮੇ ਸਮੇਂ ਤੋਂ ਬਾਅਦ ਇਸ ਪਿੰਡ ਦੇ ਵਿੱਚ ਅਸੀਂ ਆਏ। ਸੋ ਹੁਣ ਸਮਾਂ ਆ ਗਿਆ ਹੈ ਆਗਿਆ ਲੈਣ ਦਾ ਸਾਰੇ ਪਰਿਵਾਰ ਤੋਂ, ਤੇ ਇਜਾਜ਼ਤ ਲੈਂਦੇ ਹਾਂ ਤੇ ਜਲਦੀ ਜ਼ਰੂਰ ਮਿਲਾਂਗੇ। ਸੋ ਆਓ ਹੁਣ ਚੱਲਦੇ ਹਾਂ ਅਗਲੇ ਪੜਾਅ ਲਈ। ਕਾਲੀਆਂਵਾਲੀ ਪਿੰਡ ਤੋਂ ਅਸੀਂ ਹੁਣ ਚੱਲ ਪਏ ਹਾਂ ਤੇ ਗੱਡੀਆਂ ਤੇਜ਼ ਭੱਜ ਰਹੀਆਂ ਨੇ, ਤੇ ਕੁਝ ਹੀ ਸਮੇਂ ਬਾਅਦ ਅਸੀਂ ਪੰਜਾਬ ਬਾਰਡਰ ਦੇ ਵਿੱਚ ਐਂਟਰ ਹੋ ਜਾਵਾਂਗੇ, ਯਾਨੀ ਕਿ ਪੰਜਾਬ ਦੇ ਵਿੱਚ ਐਂਟਰ ਹੋ ਜਾਵਾਂਗੇ ਤੇ ਰਾਜਸਥਾਨ ਟੂਰ ਹੋਏਗਾ ਸਮਾਪਤ।
ਪਰ ਇੱਕ ਗੱਲ ਮੈਂ ਕਹਿਣਾ ਚਾਹੂੰਗਾ, ਚਾਹੇ ਕਿਹੜਾ ਵੀ ਬਾਰਡਰ ਹੋਵੇ, ਭੇਡਾਂ ਬੱਕਰੀਆਂ ਦੇ ਝੁੰਡ ਜਿਹੜੇ ਆ ਹਰ ਪਾਸੇ ਸਾਨੂੰ ਮਿਲ ਹੀ ਰਹੇ ਨੇ। ਕੋਵਿਡ ਦੌਰ ਤੋਂ ਬਾਅਦ ਲੱਗਦਾ ਹੈ ਇਸ ਪਾਸੇ ਵੀ ਕੰਸਟਰਕਸ਼ਨ ਦੇ ਕਾਫੀ ਸਾਰੇ ਕੰਮ ਸਟਾਰਟ ਹੋ ਗਏ ਨੇ। ਚਲੋ ਚੰਗੀ ਗੱਲ ਹੈ, ਹੋਣੇ ਵੀ ਚਾਹੀਦੇ ਆ। ਤੇ ਇਸ ਦੇ ਨਾਲ ਹੀ ਅਸੀਂ ਪਹੁੰਚ ਚੁੱਕੇ ਹਾਂ 40 ਮੁਕਤਿਆਂ ਦੇ ਪਵਿੱਤਰ ਅਸਥਾਨ ਸ੍ਰੀ ਮੁਕਤਸਰ ਸਾਹਿਬ ਜੀ ਵਿਖੇ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, मैं होर थाओ नाही, जिस पह करो बेनती, मेरा दुख सुख तुझ ही पास। सतगुर सच्चे पातशाही ਦੇ ਪਵਿੱਤਰ ਦਰਬਾਰਾਂ ਦੇ ਦਰਸ਼ਨ ਦੀਦਾਰਿਆਂ ਲਈ ਆਏ ਹਾਂ। ਆਓ ਸਭ ਤੋਂ ਪਹਿਲਾਂ ਪਰਿਕਰਮਾ ਕਰਦੇ ਹਾਂ ਪਵਿੱਤਰ ਸਰੋਵਰ ਦੀ, ਉਪਰੰਤ ਦਰਸ਼ਨ ਦੀਦਾਰੇ ਕਰਾਂਗੇ ਸਤਗੁਰ ਸੱਚੇ ਪਾਤਸ਼ਾਹੀ ਦੇ ਪਵਿੱਤਰ ਦਰਬਾਰ ਦੇ। ਇਸ ਪਵਿੱਤਰ ਅਸਥਾਨ ਦਾ ਸਰੋਵਰ ਵੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਵਾਂਗੂ ਕਾਫੀ ਵਿਸ਼ਾਲ ਤੇ ਵੱਡੇ ਆਕਾਰ ਦਾ ਹੈ। ਆਓ ਹੁਣ ਅਸੀਂ ਦਰਸ਼ਨ ਦੀਦਾਰੇ ਕਰਦੇ ਹਾਂ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ ਜੀ। ਪਵਿੱਤਰ ਦਰਬਾਰਾਂ ਦੇ ਦਰਸ਼ਨ ਦੀਦਾਰਿਆਂ ਤੋਂ ਬਾਅਦ ਹੁਣ ਅਸੀਂ ਲਿਆ ਹੈ ਅੰਮ੍ਰਿਤ ਚੂੜਾ ਪਵਿੱਤਰ ਸਰੋਵਰ ਵਿੱਚੋਂ, ਤੇ ਇਹ ਹਨ 40 ਮੁਕਤਿਆਂ ਦੇ ਨਾਮ ਅਤੇ ਉਹਨਾਂ ਦਾ ਵੇਰਵਾ। ਇਹ ਹੈ ਪੁਰਾਤਨ ਦਰਖਤ ਜਿਸ ਦੇ ਥੱਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ। ਅੱਜ ਅਸੀਂ ਜਾ ਰਹੇ ਹਾਂ ਫਿਰੋਜ਼ਪੁਰ ਤੇ ਰਸਤੇ ਵਿੱਚ ਅਸੀਂ ਦਰਸ਼ਨ ਕੀਤੇ ਸ਼੍ਰੀ ਮੁਕਤਸਰ ਸਾਹਿਬ ਦੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਫਿਰੋਜ਼ਪੁਰ ਸ਼ਹਿਰ, ਜਿੱਥੇ ਰਹਿੰਦੀ ਹੈ ਮੇਰੀ ਪਿਆਰੀ ਭੈਣ ਭੋਲੀ ਭੈਣ, ਜਿਹੜੇ ਕਿ ਸਾਡੇ ਕਈ ਦਿਨਾਂ ਤੋਂ ਲਗਾਤਾਰ ਵੇਟ ਕਰਦੇ ਆ ਰਹੇ ਨੇ। ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ। ਤੇ ਇਸ ਦੇ ਨਾਲ ਹੀ ਖਤਮ ਹੋਈਆਂ ਇੰਤਜ਼ਾਰ ਦੀਆਂ ਘੜੀਆਂ ਤੇ ਅਸੀਂ ਪਹੁੰਚ ਚੁੱਕੇ ਹਾਂ ਆਪਣੀ ਭੈਣ ਦੇ ਘਰ, ਜੋ ਕਿ ਦਰਵਾਜ਼ੇ ਤੇ ਹੀ ਸਾਡਾ ਵੇਟ ਕਰ ਰਹੀ ਸੀ। ਆਓ ਹੁਣ ਖਾਈਏ ਗਰਮਾ ਗਰਮ ਸਮੋਸੇ। ਵੀ ਭੋਲੀ ਨੇ ਚਾਹ ਬਹੁਤ ਵਧੀਆ ਬਣਾਈ ਆ। ਤੇ ਆਓ ਖਾਈਏ ਭੂਆ ਜੀ ਦੇ ਹੱਥ ਦਾ ਖਾਣਾ। ਬਈ ਖਾਣਾ ਖਾ ਕੇ ਤਾਂ ਅੱਜ ਮਜ਼ਾ ਹੀ ਆ ਗਿਆ। ਤੇ ਇਹ ਹੈ ਸਰਦਾਰ ਹਰਜਿੰਦਰ ਸਿੰਘ ਮੇਵਾ, ਤੇ ਇਹ ਹੈ ਗੁਰਸੇਵਕ ਸਿੰਘ ਸੇਵਾ। ਸੋ ਅਸੀਂ ਆਏ ਹੋਏ ਸੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਆਪਣੀ ਭੈਣ ਨੂੰ ਮਿਲਣ, ਸਾਰੇ ਪਰਿਵਾਰ ਨੂੰ ਮਿਲਣ, ਬਹੁਤ ਹੀ ਚੰਗਾ ਲੱਗਿਆ। ਸੋ ਆਓ ਇੰਟਰੋਡਿਊਸ ਕਰਾਈਏ ਸਾਰਿਆਂ ਨਾਲ, ਤੇ ਹੁਣ ਇੱਥੋਂ ਵਾਪਸ ਚਾਲੇ ਪਾਉਣੇ ਆ ਅਗਲੇ ਪੜਾਵ ਲਈ। ਅਗਲਾ ਪੜਾਵ ਹੈ ਸਾਡੀ ਮਾਸੀ ਜੀ ਅੰਬੋ ਮਾਸੀ। ਸੋ ਲਓ ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਮੱਲਾਂਵਾਲੀ, ਆਪਣੇ ਪਿਆਰੇ ਮਾਸੀ ਜੀ ਅੰਬੋ ਮਾਸੀ ਜੀ ਦੇ ਘਰ। ਤੇ ਆਉਂਦਿਆਂ ਹੀ ਮੰਮੀ ਜੀ ਨੇ ਗੱਲਾਂ ਬਾਤਾਂ ਸ਼ੁਰੂ ਕਰਤੀਆਂ ਨੇ ਮਾਸੀ ਜੀ ਹੋਰਾਂ ਦੇ ਨਾਲ। ਜਿੱਥੇ ਰਹੇ ਪਲੇ ਆ ਉੱਥੇ ਉਹਨਾਂ ਨੇ ਘਰ ਪਾ ਲਿਆ।
ਵਧੀਆ ਘਰ ਪਾਏ ਆ। ਪਿੰਡ ਬਣਿਆ ਹੋਣਾ ਹੁਣ ਤਾਂ ਨਹੀਂ, ਘਰ ਉਹਨੇ ਕੀ ਆ, ਪੁਰਾਣੇ ਜਿਹੇ ਢਾਹ ਢਾਹ ਕੇ ਨਵੇਂ ਪਾ ਲਏ ਆ। ਕੋਲੇ ਜਿਹੇ ਆਪਣੇ ਘਰ ਆਸਾਂ ਦੀ ਨਿਸ਼ਾਨੀ ਨਹੀਂ ਹੈਗੀ, ਨਹੀਂ ਕੋਈ ਥਾਂ ਪਿਆ, ਬਸ ਰੂੜੀ ਜੀ ਲੱਗ ਪਈ ਹੈ। ਵਧੀਆ ਹੈ, ਸਾਰੇ ਮਿਲੇ ਆ, ਖੁਸ਼ ਹੋਏ। ਫਿਰ ਮਾਮੇ ਘਰੇ ਗਏ, ਬਸ ਥੋੜਾ ਜਿਹਾ ਚਲੋ ਕੇ ਮੁੜ ਕੇ ਇੱਥੇ ਆ ਗਏ ਨਵੀਂ ਨੇ। ਤੇ ਉੱਥੋਂ ਅਸੀਂ ਖੋਖਰਾ ਪਿੰਡ ਚਲੇ ਗਏ, ਮੈਨੂੰ ਜਿੱਥੇ ਰੱਜੀ ਗਈ ਆਪਣੀ ਲੈਣ ਉਹਦੀ ਕੁੜੀ, ਫਿਰ ਦੂਜਾ। ਤੇ ਇਹ ਨੇ ਸਾਡੇ ਸਤਿਕਾਰਯੋਗ ਮਾਸੜ ਜੀ ਸਰਦਾਰ ਮੋਹਨ ਸਿੰਘ ਜੀ, ਜੋ ਕਿ ਮੱਲਾਂ ਵਾਲੀ ਰਹਿੰਦੇ ਨੇ। ਬਹੁਤ ਚੰਗੀ ਆ। ਨਵਾਂ ਕਈ ਜਿਹੜੀਆਂ ਵੱਡੇ ਵੱਡੇ ਟੱਪੇ ਕਰ ਰਹੀਆਂ। ਹਾਂਜੀ ਹਾਂਜੀ, ਜਦੋਂ ਬੜੇ ਬੰਦਾ ਬੜੇ ਰਹਾ ਸੋ ਗੱਲਾਂ ਬਾਤਾਂ ਦੇ ਸਿਲਸਿਲਿਆਂ ਤੋਂ ਬਾਅਦ ਭੁੱਖ ਜੋਰਾਂ ਦੀ ਲੱਗੀ ਹੋਈ ਸੀ ਤੇ ਮਾਸੀ ਜੀ ਨੇ ਬੜੇ ਪਿਆਰ ਨਾਲ ਤਿਆਰ ਕੀਤੇ ਤੰਦੂਰੀ ਫੁਲਕੇ। ਸੋ ਡਿਲੀਸ਼ੀਅਸ ਫੂਡ ਰੈਡੀ ਹੈ, ਸ਼ਾਨਦਾਰ ਸਬਜ਼ੀਆਂ। ਆਓ ਖਾਣੇ ਆ ਤੇ ਦੇਖਦੇ ਹਾਂ ਕਿੰਨੀ ਕੁ ਸਵਾਦ ਬਣਾਇਆ ਬਈ ਭੋਜਨ। ਬਈ ਖਾਣਾ ਤਾਂ ਵਾਕਈ ਬਹੁਤ ਸਵਾਦ ਬਣਿਆ ਸੀ। ਫਿਰੋਜ਼ਪੁਰ ਤੋਂ ਚੱਲ ਕੇ ਅਸੀਂ ਆਏ ਸੀ ਮੱਲਾਂ ਵਾਲੇ ਦੇ ਕੋਲ ਮਾਸੜ ਜੀ ਮਾਸੀ ਜੀ ਦੇ ਘਰ। ਉੱਥੇ ਆਰਾਮ ਕੀਤਾ, ਲੰਗਰ ਪ੍ਰਸ਼ਾਦਾ ਛਕਿਆ, ਬਹੁਤ ਚੰਗਾ ਲੱਗਿਆ ਸਾਰੇ ਪਰਿਵਾਰ ਨੂੰ ਮਿਲ ਕੇ। ਸਾਡੇ ਸਤਿਕਾਰਯੋਗ ਮਾਸੜ ਜੀ ਤੇ ਇਹ ਸਾਰਾ ਪਰਿਵਾਰ, ਮਾਸੀ ਜੀ ਅਤੇ ਸਿੰਧੂ ਭਾਜੀ ਹੋਰੀ, ਸਾਰੇ ਪਰਿਵਾਰ ਅਸੀਂ ਹੁਣ ਲੈਂਦੇ ਹਾਂ ਇੱਥੋਂ ਵਿਦਾਇਗੀ ਤੇ ਪਾਉਂਦੇ ਹਾਂ ਚਾਲੇ ਅੱਗੇ। ਤੇ ਸਾਡਾ ਅਖੀਰੀ ਪੜਾਵ ਸੀਗਾ ਸਤਿਕਾਰਯੋਗ ਮਾਸੀ ਜੀ ਅੰਬੋ ਮਾਸੀ ਦੇ ਘਰ ਦੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਹਾਂ ਆਪਣੇ ਘਰ ਵੱਲ ਨੂੰ। ਤੇ ਤਕਰੀਬਨ 9 ਦਿਨਾਂ ਦਾ ਜੋ ਸਾਡਾ ਫੈਮਿਲੀ ਟ੍ਰਿਪ ਸੀਗਾ, ਬਹੁਤ ਹੀ ਵਧੀਆ ਸਾਡਾ ਸਫ਼ਰ ਰਿਹਾ। ਸਾਰੇ ਪਰਿਵਾਰਾਂ ਨੂੰ ਮਿਲ ਕੇ ਬਹੁਤ ਹੀ ਚੰਗਾ ਲੱਗਿਆ, ਬਹੁਤ ਹੀ ਅਦਬ ਸਤਿਕਾਰ ਤੇ ਪਿਆਰ ਮਿਲਿਆ ਸਾਰੇ ਪਰਿਵਾਰਾਂ ਵੱਲੋਂ। ਸਾਡਾ ਇਹ ਟੂਰ ਅੰਮ੍ਰਿਤਸਰ ਤੋਂ ਚੱਲ ਕੇ ਹਰਿਆਣੇ ਵਿੱਚ ਹੁੰਦਿਆਂ ਹੋਇਆਂ ਰਾਜਸਥਾਨ ਦੇ ਕਈ ਸ਼ਹਿਰਾਂ ਦੇ ਵਿੱਚੋਂ ਚੱਲ ਕੇ ਫਿਰੋਜ਼ਪੁਰ ਦੇ ਵਿੱਚ ਰੁਕ ਕੇ ਵਾਪਸ ਅੰਮ੍ਰਿਤਸਰ ਨੂੰ ਸਮਾਪਤ ਹੋ ਰਿਹਾ ਹੈ। ਤੇ ਕੁਝ ਹੀ ਸਮੇਂ ਬਾਅਦ ਅਸੀਂ ਪਹੁੰਚਾਂਗੇ ਸਾਡੀ ਫਾਈਨਲ ਡੈਸਟੀਨੇਸ਼ਨ ਤੇ, ਯਾਨੀ ਕਿ ਸਾਡੇ ਆਪਣੇ ਘਰ ਦੇ ਵਿੱਚ, ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ। ਸੋ ਅੰਮ੍ਰਿਤਸਰ ਤੋਂ ਚੱਲ ਕੇ ਹਰਿਆਣਾ ਹੁੰਦਿਆਂ ਹੋਇਆਂ ਹਨੂੰਮਾਨਗੜ੍ਹ, ਗੰਗਾਨਗਰ, ਹੋਰ ਵੀ ਕਈ ਸਾਰੇ ਸ਼ਹਿਰ, ਅਨੂਪਗੜ੍ਹ ਦੇ ਵਿੱਚ ਹੁੰਦਿਆਂ ਹੋਇਆਂ ਅਸੀਂ ਵਾਪਸ ਅੱਜ ਆਪਣੇ ਘਰੇ ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਆ ਪਹੁੰਚੇ ਹਾਂ। ਪਰਮਾਤਮਾ ਕਿਰਪਾ ਕਰਨ, ਜਿਨ੍ਹਾਂ ਵੀ ਪਰਿਵਾਰਾਂ ਨੂੰ ਅਸੀਂ ਮਿਲੇ ਹਾਂ ਸਭਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ, ਦੇ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨ ਤੇ ਸਭ ਨੂੰ ਖੁਸ਼ੀਆਂ ਬਖਸ਼ਣ। ਇੱਥੇ ਟੂਰ ਦੀ ਸਮਾਪਤੀ ਹੁੰਦੀ ਹੈ ਜੀ। ਸਤਿ ਸ੍ਰੀ ਅਕਾਲ। Thank you.